ਬਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਜੀ, ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰਾਂ ਤਰਾਂ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਹੈ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਟੁੱਟੇ ਜੋਧਾ ਜਾਮ ਦਵੈ, ਸ਼੍ਰੀ ਅਰਜਨ ਟਿਗ ਆਏ। ਕਰ ਬੰਧਨ ਬੈਠੇ ਤਬੈ, ਬੂਝੇ ਸਹਜ ਸੁਭਾਏ। ਟੁੱਟੇ ਜੋਧਾ ਜਾਮ ਦਵੈ, ਸ਼੍ਰੀ ਅਰਜਨ ਟਿਗ ਆਏ। ਕਰ ਬੰਧਨ ਬੈਠੇ ਤਬੈ, ਬੂਝੇ ਸਹਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨਾ ਬੰਧੂ ਭਗਤ ਵਛਲ, ਦਇਆ ਨਿਧ ਕਿਰਪਾ ਦੇ ਖਜ਼ਾਨੇ, ਮੇਰਾਮਤਾਂ ਦਾ ਸਾਗਰ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਾਤਸ਼ਾਹ ਦੀ ਮਿਹਰਾਮਤ ਸਦਕਾ ਮਨੁੱਖਾ ਜਾਮਾ ਪ੍ਰਾਪਤ ਹੋਇਆ। ਸੋਨੇ ਤੇ ਸੁਹਾਗਾ
ਕਿ ਗੁਰਸਿੱਖਾਂ ਦੇ ਘਰੇ ਜਨਮ ਪ੍ਰਾਪਤ ਕਰਕੇ ਆਪਾਂ ਨਿਤਾ ਪ੍ਰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਬੜੀ ਸੁਹਿਰਦਤਾ ਦੇ ਨਾਲ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਇਤਿਹਾਸ, ਜਿਸ ਨੂੰ ਇੱਕ ਮਹਾਨ ਕਾਵ ਰਚਨਾ ਕਾਵ ਸੰਗ੍ਰਹਿ ਦਾ ਰੂਪ ਦੇ ਕਰਕੇ, ਜਿਸ ਦਾ ਨਾਮ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਜੋਂ ਆਪਾਂ ਜਾਣਦੇ ਹਾਂ। ਜਿਸ ਗ੍ਰੰਥ ਵਿੱਚ ਸਤਿਗੁਰਾਂ ਦੇ ਦਰ ਘਰ ਦੀ ਮਾਣ ਮਰਿਆਦਾ, ਪਾਤਸ਼ਾਹ ਦੇ ਉੱਪਰ ਸਿੱਖਾਂ ਦਾ ਅਕੀਦਾ, ਔਰ ਗਰੀਬ ਨਵਾਜ ਮਹਾਰਾਜ ਸਤਿਗੁਰਾਂ ਦਾ ਸਿੱਖਾਂ ਦੇ ਨਾਲ ਪ੍ਰੇਮ, ਔਰ ਪੁਰਾਤਨ ਸਿੱਖਾਂ ਦੀ ਆਪਣੇ ਧਰਮ ਵਿੱਚ ਪਰਪੱਕਤਾ ਦ੍ਰਿੜਤਾ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸਾਏ ਹੋਏ ਸਿਧਾਂਤ ਸਿੱਖਾਂ ਨੇ ਕਿਵੇਂ ਆਪਣੇ ਦਿਲ ਦੇ ਵਰਕੇ ਉੱਪਰ ਪ੍ਰੇਮ ਦੀ ਕਲਮ ਦੇ ਨਾਲ ਤੇ ਸ਼ਰਧਾ ਦੀ ਸਿਆਹੀ ਭਰ ਕੇ ਉਕਰੇ ਹੋਏ ਹੈ, ਸਾਨੂੰ ਸੁਣ ਕੇ ਇਤਿਹਾਸ ਪਤਾ ਲੱਗਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੈ ਛਤਰ ਧਰੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਗਰੀਬ ਨਵਾਜ ਨੇ ਬਹੁਤ ਦਇਆ ਕੀਤੀ ਖਾਲਸਾ ਜੀ, ਜਿਨ੍ਹਾਂ ਨੂੰ ਕੋਈ ਮੱਥੇ ਜਿਨ੍ਹਾਂ ਦੀ ਲੱਗਣਾ ਜਾਂ ਕਿਸੇ ਦਾ ਪਰਛਾਵਾਂ ਜਿਨ੍ਹਾਂ ਦਾ ਕੋਈ ਪ੍ਰਵਾਨ ਨਹੀਂ ਸੀ ਸਮਾਜ ਵਿੱਚ ਕਰਦਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਸਾਡੇ ਵਰਗੇ ਉਹਨਾਂ ਮੂਰਖਾਂ ਨੂੰ, ਮੁਗਧਾਂ ਨੂੰ, ਪਤਤਾਂ ਨੂੰ, ਗਿਰਿਆ ਹੋਇਆਂ ਨੂੰ ਪਾਤਸ਼ਾਹ ਨੇ ਸਰਦਾਰੀਆਂ ਬਖਸ਼ ਕਰਕੇ ਨਿਵਾਜਿਆ ਹੈ। ਜਿਵੇਂ ਕੱਲ ਪ੍ਰਸੰਗ ਆਪਾਂ ਸ਼ਰਵਣ ਕੀਤਾ ਕਿ ਪਾਤਸ਼ਾਹ ਦੇ ਪਾਸ ਬੇਅੰਤ ਸਿੱਖ ਸੰਗਤਾਂ ਆ ਰਹੀਆਂ, ਜਿਨ੍ਹਾਂ ਦੇ ਵਿੱਚ ਭਾਈ ਮੋਹਨ ਚੰਦ ਜੀ ਵਰਗੇ ਸਿੱਖ ਪਹੁੰਚੇ, ਔਰ ਜਿਸ ਤਰ੍ਹਾਂ ਇਹਨਾਂ ਨੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ, ਭਾਈ ਜੋਧਾ ਜੀ, ਤੁਲਸਪੁਰ ਦੇ ਰਹਿਣ ਵਾਲੇ ਭਾਈ ਜੱਲੋ ਜੀ, ਭਾਈ ਮੋਹਨ ਚੰਦ ਵਰਗਿਆਂ ਨੇ ਦਰਸ਼ਨ ਮਹਾਰਾਜ ਦੇ ਕਰਨੇ। ਇਹ ਮਸੰਦ ਸਨ ਲਾਹੌਰ ਇਲਾਕੇ ਦੇ। ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇੱਕ ਵਾਰੀ ਅੰਮ੍ਰਿਤਸਰ ਸਾਹਿਬ ਆ ਰਹੇ ਸਨ। ਰਸਤੇ ਵਿੱਚ ਜਿਵੇਂ ਸੁਣਿਆ ਆਪਾਂ ਵੀ ਇੱਕ ਬਹੁਤ ਭਿਆਨਕ ਸੱਪ ਇਹਨਾਂ ਦਾ ਰਾਹ ਪਿਆ ਰੋਕੇ। ਜਿਹੜੇ ਅਧਿਆਤਮ ਬਿਰਤੀ ਵਾਲੇ ਸਿੱਖ ਹੁੰਦੇ ਹੈ, ਉਹ ਛੋਟੀ ਛੋਟੀ ਘਟਨਾ ਤੋਂ ਅੰਦਾਜ਼ਾ ਲਾ ਲੈਂਦੇ ਆ ਵੀ ਜਿਹੜਾ ਵਾਰ-ਵਾਰ ਆ ਕੁਝ ਹੋ ਰਿਹਾ ਹੈ, ਜ਼ਰੂਰ ਕੋਈ ਨਾ ਕੋਈ ਸਮਾਂ, ਕੋਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਈ ਸੰਕੇਤ ਦੇ ਰਹੇ ਆ। ਅਤੇ ਸੁਲਾ ਜੀ ਮਾਰੀ ਵੀ ਜੇ ਰਾਹ ਰੋਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨੇ ਅਤੇ ਨਾਲ ਚੱਲ ਖਾਂ। ਘੜਾ ਜਾਗੇ ਕੀਤਾ, ਉਹ ਸੱਪ ਵਿੱਚ ਵੜ ਗਿਆ। ਚੰਗੀ ਤਰ੍ਹਾਂ ਮੂੰਹ ਢੱਕ ਕਰਕੇ ਉਸ ਮਟਕੇ ਦਾ ਅੰਮ੍ਰਿਤਸਰ ਸਾਹਿਬ ਪਹੁੰਚੇ। ਉੱਥੇ ਜਾ ਕਰਕੇ ਅਤੇ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਨਾ ਚੌਂ ਜਣਿਆਂ ਨੇ। ਗਰੀਬ ਨਵਾਜ ਤੋਂ ਕੀ ਲੁਕਿਆ? ਪਾਤਸ਼ਾਹ ਨੇ ਆਇਆਂ ਨੂੰ ਪੁੱਛਿਆ ਵੀ ਕਿੰਨੇ ਜਣੇ ਆਏ ਹੋ ਇੱਥੇ ਅੰਮ੍ਰਿਤਸਰ ਸਾਹਿਬ ਨੂੰ? ਭਾਈ ਮੋਹਨ ਚੰਦ ਜੀ ਕਹਿੰਦੇ ਪਾਤਸ਼ਾਹ 4 ਜਣੇ ਆਏ ਆ।
ਗਰੀਬ ਨਵਾਜ ਹੱਸ ਕੇ ਵਰਤਾਵੇ ਪ੍ਰਸ਼ਾਦ ਜੋ ਵਰਤਾ ਰਿਹਾ ਸਿੱਖ ਹੈ ਉਹਨੂੰ ਮਹਾਰਾਜ ਕਹਿੰਦੇ ਪੰਜਾਂ ਸਿੱਖਾਂ ਦਾ ਛਾਂਦਾ ਜਿਹੜਾ ਬਟਵਾਰਾ ਹੈ ਗੱਫਾ ਹੈ ਕੜਾ ਪ੍ਰਸ਼ਾਦਾ ਦਿਓ ਇਹਨਾਂ ਨੂੰ, ਇਹ 4 ਨਹੀਂ 5 ਜਣੇ ਆਏ ਹੈ। ਉਹ ਪੁੱਛਦੇ ਮਹਾਰਾਜ ਪੰਜਵਾਂ ਕਿਹੜਾ ਹੈ, ਤਾਂ 4 ਹੈ। ਮਹਾਰਾਜ ਕਹਿੰਦੇ ਜਿਹਨੂੰ ਪਿੱਛੇ ਰੱਖ ਆਇਓ ਚਾਹੇ ਸੱਪ ਜੂਨੀ ਵਿੱਚ ਪਰ ਹੈ ਤਾਂ ਉਹ ਵੀ ਸਾਡਾ ਸਿੱਖ। ਸੱਦ ਕੇ ਲੈ ਕੇ ਜਾਓ, ਚੁੱਕ ਕੇ ਘੜਾ ਇੱਥੇ ਮਹਾਰਾਜ ਦੇ ਪਾਸ ਲਿਆਂਦਾ। ਗਰੀਬ ਨਵਾਜ ਮਹਾਰਾਜ ਨੇ ਉਹ ਸਰਪ ਦੇ ਸਰੀਰ ਵਿੱਚ ਜਿਹੜਾ ਵੀ ਜੀਓ ਹੈ ਸੀ ਅੰਮ੍ਰਿਤਸਰ ਪਾਵਨ ਪਵਿੱਤਰ ਜਲ ਦਾ ਛੱਟਾ ਮਾਰ ਕਰਕੇ ਉਹਦੀ ਕਲਿਆਣ ਕੀਤੀ, ਇਸ ਜੂਨੀ ਤੋਂ ਛੁਟਕਾਰਾ ਦਿਵਾਇਆ। ਸਭ ਹੈਰਾਨ ਹੋਏ, ਪੁੱਛਿਆ ਮਹਾਰਾਜ ਇਹ ਕੌਣ ਹੈ? ਗਰੀਬ ਨਵਾਜ ਜੀਆਂ ਦੱਸਿਆ ਵੀ ਇਹ ਹੈ ਤਾਂ ਸਾਡਾ ਸਿੱਖ ਸੀ ਤੇ ਮਸੰਦ ਸੀ, ਗੁਰੂ ਘਰ ਦੇ ਪ੍ਰਬੰਧ ਚਲਾਉਣ ਵਾਲਾ, ਜਾਂ ਕਹੋ ਵੀ ਮਾਇਆ ਆਦਿਕ ਸੰਗਤਾਂ ਤੋਂ ਗ੍ਰਾਹੀ ਕਰਕੇ ਅੱਗੇ ਲੱਗ ਕੇ ਤੇ ਇੱਥੇ ਗੁਰੂ ਘਰ ਵਿੱਚ ਲਿਆ ਕੇ ਪਾਉਂਦਾ। ਪਰ ਸੇਵਾ ਕਰਦਿਆਂ ਹੋਇਆਂ ਹੰਕਾਰ ਨਹੀਂ ਮਰਿਆ ਮਨ ਦਾ, ਮਨ ਵਿੱਚ ਹੰਕਾਰ ਰੂਪੀ ਜ਼ਹਿਰ ਭਰ ਕੇ ਸੇਵਾ ਕਰਦਾ। ਬਾਕੀ ਕੋਈ ਸੰਗਤਾਂ ਦੀ ਜਿਹੜੀ ਮਾਇਆ ਆਉਂਦੀ ਸੀ ਉਹ ਵੀ ਲੁਕਾ ਲੁਕੂ ਲੈਂਦਾ ਸੀਗਾ ਤੇ ਸੰਗਤ ਸਿੱਖਾਂ ਦਾ ਨਿਰਾਦਰ ਕਰਦਾ ਸੀ, ਬੇਪਤੀ ਕਰਦਾ ਸੀ, ਨਹੀਂ ਜਾਣਦਾ ਸੀ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੈ। ਆਪਦੇ ਆਪ ਨੂੰ ਸਾਰਿਆਂ ਤੋਂ ਵੱਡਾ ਕਹਾਉਂਦਾ ਸੀ, ਜਿਸ ਕਰਕੇ ਉਹ ਬਸ ਜੈਸੀ ਮਨਸਾ ਤੈਸੀ ਦਸ਼ਾ, ਸੱਪ ਵਾਲੇ ਲੱਛਣ ਸੀ ਮਨੁੱਖਾ ਜਾਮੇ ਵਿੱਚ, ਤੇ ਉਸੇ ਤਰ੍ਹਾਂ ਇਹਦੀ ਹਾਲਤ ਹੋਈ ਹੈ। ਉਹ ਜਿਵੇਂ 10ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਪ੍ਰਸੰਗ ਆਉਂਦਾ ਹੈ ਨਾ ਕਿ ਉਹ ਇੱਕ ਵਾਰੀ ਦੀਵਾਨ ਸਜਿਆ ਹੋਇਆ ਤੇ ਇੱਕ ਮਦਾਰੀ ਰਿੱਛ ਲੈ ਕੇ ਆਇਆ ਮਹਾਰਾਜ ਗਰੀਬ ਨਵਾਜ ਦੇ ਪੰਡਾਲ ਵਿੱਚ, ਤੇ ਸਾਰੇ ਉਹ ਰਿੱਛ ਜਿਵੇਂ ਕਰਦਾ ਹੁੰਦਾ ਹੈ ਪੁੱਠੇ ਸਿੱਧੇ ਲੋਟਨੀਆਂ ਲਾਵੇ, ਸਾਰੇ ਹੱਸਣ, ਮਹਾਰਾਜ ਵੀ ਹੱਸੀ ਜਾਣ। ਗੁਰੂ ਕਲਗੀਧਰ ਪਾਤਸ਼ਾਹ ਜਿਹੜਾ ਮਰਨ ਨੂੰ ਚੌਰ ਕਰਦਾ ਸੀ ਨਾ, ਚੌਰ ਬਰਦਾਰ ਹਜ਼ੂਰ ਦਾ, ਉਹ ਵੀ ਹੱਸੇ, ਕਹਿੰਦਾ ਮਹਾਰਾਜ ਬਹੁਤ ਇਹ ਤਮਾਸ਼ੇ ਲਾਉਂਦਾ ਰਿਛ। ਮਹਾਰਾਜ ਕਹਿੰਦੇ ਅਸੀਂ ਤਾਂ ਹੱਸੀਏ, ਤੈਨੂੰ ਨਹੀਂ ਹੱਸਣਾ ਚਾਹੀਦਾ। ਕਹਿੰਦਾ ਮਹਾਰਾਜ ਮੈਂ ਕਿਉਂ ਨਾ ਹੱਸਾਂ? ਕਹਿੰਦੇ ਬਾਪ ਨੂੰ ਵੇਖ ਕੇ ਹੱਸੀਦਾ ਨਹੀਂ ਹੁੰਦਾ। ਕਹਿੰਦਾ ਮਹਾਰਾਜ ਇਹ ਕੀ ਕਹਿ ਰਹੇ ਹੋ ਵੀ ਇਹ ਤਾਂ ਰਿਛ ਹੈ, ਮੇਰਾ ਪਿਤਾ ਕਿਵੇਂ ਹੈ? ਮਹਾਰਾਜ ਕਹਿੰਦੇ ਤੇਰਾ ਹੀ ਪਿਤਾ ਹੈ। ਫਿਰ ਉਹ ਹਜ਼ੂਰ ਨੇ ਉਹ ਦੱਸਿਆ ਫਿਰ ਵੀ ਇਹ ਤੇਰਾ ਪਿਤਾ ਹੈ, ਇੱਥੇ ਲੰਗਰਾਂ ਦੀ ਸੇਵਾ ਕਰਦਾ ਹੁੰਦਾ ਸੀ ਅਨੰਦਪੁਰ ਸਾਹਿਬ। ਤੇ ਕੋਈ ਦੂਰੋਂ ਸੰਗਤ ਆਈ ਬਹੁਤ ਥੱਕੀ ਟੁੱਟੀ, ਤੇ ਆ ਕਰਕੇ ਜਦੋਂ ਪੰਗਤਾਂ ਵਿੱਚ ਪ੍ਰਸ਼ਾਦਾ ਛਕਿਆ, ਇਹ ਵਰਤਾਉਂਦਾ ਸੀ ਇੱਥੇ, ਤੇ ਕੁੱਦ ਪਿਆ ਕਰੇ ਸਾਰਿਆਂ ਨੂੰ। ਤੇ ਕਿਸੇ ਗੁਰਸਿੱਖ ਨੇ ਕੋਈ 1-2 ਵਾਰੀ ਪ੍ਰਸ਼ਾਦਾ ਮੰਗਿਆ ਤੇ ਮਾਇਦਾ ਥੋੜ੍ਹਾ ਸੀ, ਤੇ ਉਹਨੂੰ ਬੋਲਿਆ ਚੰਗਾ ਮੰਦਾ। ਉਹ ਅੱਗੋਂ ਕੋਈ ਬਾਣੀ ਪੜ੍ਹਨ ਵਾਲਾ, ਕੋਈ ਚੰਗਾ ਕਰਨੀ ਵਾਲਾ ਸਿੱਖ ਸੀ, ਕਹਿੰਦਾ ਵੀ ਹੁਣ ਤਾਂ ਸੇਵਾ ਕਰਦਾ ਗੁਰੂ ਕਲਗੀਧਰ ਮਹਾਰਾਜ ਦੇ ਲੰਗਰਾਂ ਦੀ, ਤੇ ਲੱਛਣ ਰਿਛ ਵਾਲੇ ਟੱਪੀ ਜਾਂਦਾ, ਆਈ ਸੰਗਤ ਦਾ ਨਰਾਦਰ ਕਰਦਾ ਤੂੰ। ਤਾਂ ਮਹਾਰਾਜ ਕਹਿੰਦੇ ਉਹ ਸਿੱਖ ਦੇ ਬੋਲ ਪੂਰੇ ਹੋਏ, ਤੇ ਹੁਣ ਇਹ ਭਾਵੇਂ ਕਿੱਡੀ ਵੀ ਸੇਵਾ ਕਰਦਾ ਸੀ ਪਰ ਸੰਗਤ ਤੋਂ ਕੋਈ ਵੱਡਾ ਨਹੀਂ ਪਿਆ। ਵੇਖ ਲਓ ਰਿਛ ਦੀ ਜੂਨੀ ਪਿਆ। ਤਾਂ ਇਸ ਤਰ੍ਹਾਂ ਹੋਰ ਵੀ ਬੜੇ ਪ੍ਰਸੰਗ ਮਿਲਦੇ ਆ, ਜਿਵੇਂ ਬਾਬਾ ਬੁੱਢਾ ਸਾਹਿਬ ਦੇ ਸਮੇਂ ਦਾ ਵੀ ਆ, ਉੱਥੇ ਦਮਦਮਾ ਸਾਹਿਬ ਸਥਾਨ ਵੀ ਬਣਿਆ ਗੁਰੂ ਕੀ ਵਡਾਲੀ ਪਿੰਡ ਵਿੱਚ। ਜਦੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਆਖਿਆ ਵੀ ਗੁਰੂ ਕਿਆਂ ਨੂੰ ਕਿੱਧਰ ਭਾਜੜ ਪਈ ਹੈ, ਵੀ ਇੱਧਰ ਯਾੜ ਨੂੰ ਕਿੱਧਰ ਆ ਜਾਏ ਫਿਰਦੇ ਆ, ਮਾਤਾ ਗੰਗਾ ਜੀ ਨੂੰ ਕਿਹਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਮਾਤਾ ਗੰਗਾ ਜੀ ਤਾਂ ਚੁੱਪ ਰਹੇ। ਕਹਿੰਦੇ ਮਹਾਰਾਜ ਵੀ ਐਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਬੋਲ ਹੋਏ ਆ ਵੀ ਉੱਥੋਂ ਪੁੱਤਰ ਦੀ ਦਾਤ ਵਾਸਤੇ ਵਰਦਾਨ ਲੈਣ ਆਏ ਆ। ਬਾਬਾ ਬੁੱਢਾ ਸਾਹਿਬ ਜੀ ਸੁਭਾਅ ਐਸਾ ਹੀ ਸੀਗਾ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ,
ਸੂਦਾ ਸੁਭਾਅ ਸੀ। ਕਹਿੰਦੇ ਵੀ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਖੇਤਾਂ 'ਚ ਘਾਹ ਗੋਡਣ ਵਾਲੇ, ਸਾਡੇ ਪਾਸ ਇਹ ਬਰਕਤਾਂ ਕਿੱਥੇ। ਐ ਰੁੱਖੇ ਜੇ ਬਚਨ ਸੁਣ ਕੇ ਤੇ ਇੱਕ ਜਿਹੜਾ ਮਾਤਾ ਗੰਗਾ ਜੀ ਦੇ ਨਾਲ ਆਇਆ ਸੀ ਕੋਈ ਸੇਵਕ, ਤੇ ਉਹ ਆਨੇ ਜੇ ਕੱਢੇ ਬਾਬਾ ਬੁੱਢਾ ਸਾਹਿਬ ਨੂੰ, ਭੈੜਾ ਜਿਹਾ ਵੇਖੇ ਵੀ ਇਹ ਕਿਵੇਂ ਬੋਲਦੇ ਪਏ। ਤੇ ਬਾਬਾ ਬੁੱਢਾ ਸਾਹਿਬ ਜੀ ਜਾਣ ਗਏ ਵੀ ਇਹ ਬੜਾ ਔਖਾ ਹੈ। ਕਹਿੰਦੇ ਵੀ ਇਹ ਸਾਡੇ ਮਾਤਾ ਹੈ, ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਸਾਡੇ ਪਿਤਾ ਹੈ। ਅਸੀਂ ਜਾਣੀਏ ਤੇ ਗੁਰੂ ਕੇ ਜਾਣਨ, ਤੂੰ ਵਿੱਚ ਕਿਵੇਂ ਸੂਰ ਵਾਂਗੂਆਂ ਦੇ ਫਕਾਰੇ ਮਰੀ ਜਾਣ, ਨਾ ਸਾਡੀ ਜਾਣਾ। ਤੇ ਫਿਰ ਡਰ ਗਿਆ ਵੀ ਇਹ ਬਚਨ ਜੇ ਹੋ ਗਿਆ ਬਾਬਾ ਬੁੱਢਾ ਸਾਹਿਬ ਦਾ ਤੇ ਪੂਰਾ ਵੀ ਜ਼ਰੂਰ ਹੋਵੇਗਾ। ਕਹਿੰਦਾ ਮਾਰੇ ਸੂਰ ਤਾਂ ਬਣਾ ਤਾ, ਉਧਾਰ ਕਿਵੇਂ ਹੋਵੇਗਾ। ਫਿਰ ਬਾਬਾ ਬੁੱਢਾ ਸਾਹਿਬ ਜੀ ਆਖਿਆ ਵੀ ਜਿਹੜਾ ਮਾਤਾ ਗੰਗਾ ਜੀ ਦੇ ਕੁੱਖੋਂ ਅਵਤਾਰ ਧਾਰੇਗਾ, ਮਹਾਬਲੀ ਯੋਧਾ, ਉਹੀ ਤੇਰਾ ਉਧਾਰਾ ਕਰੇਗਾ। ਉਹ ਵੀ ਵਰਦਾਨ ਉਧਰ ਵੀ ਦੇ ਦਿੱਤਾ, ਨਾਲ ਹੀ ਵਰਦਾਨ ਤੇ ਇਹਦਾ ਵੀ ਉਧਾਰਾ ਕਰ ਦਿੱਤਾ। ਫਿਰ ਉਹ ਛੇਵੇਂ ਪਾਤਸ਼ਾਹ ਆਜਾਨ ਬਾਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਅਵਤਾਰ ਧਾਰਿਆ, ਫਿਰ ਜਵਾਨ ਹੋਏ ਥੋੜ੍ਹੇ, ਤੇ ਪਿੰਡ ਵਾਲਿਆਂ ਸ਼ਿਕਾਇਤ ਕੀਤੀ, ਮਹਾਰਾਜ ਇੱਕ ਸੂਰ ਫਿਰਦਾ ਇੱਥੇ ਬੜੇ ਚਿਰ ਦਾ, ਬਹੁਤ ਤਬਾਹੀ ਮਚਾਉਂਦਾ, ਘਰਾਂ ਵਿੱਚ ਵੜ ਜਾਂਦਾ, ਕਾਬੂ ਨਹੀਂ ਆਉਂਦਾ। ਬੜੇ ਪਾਸੋਂ ਸ਼ਿਕਾਰੀ ਵੀ ਸੱਦੀ ਦੇ ਹੈ। ਧੰਨ ਬਾਬਾ ਵਾਹਿਗੁਰੂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਸਮੇਤ ਸਿੱਖਾਂ ਦੇ ਘੋੜੇ 'ਤੇ ਚੜ੍ਹ ਕੇ ਫਿਰ ਇੱਧਰ ਨੂੰ ਗਏ। ਪਤਾ ਹੀ ਸੀ ਮਹਾਰਾਜ ਨੂੰ ਕਿੱਥੇ ਲੁਕਿਆ ਬੈਠਾ, ਆਪ ਹੀ ਅੱਗੇ ਆ ਗਿਆ। ਮਾਰ ਕੇ ਮਹਾਰਾਜ ਸਤਿਗੁਰਾਂ ਨੇ ਤੀਰ ਤੇ ਉੱਥੇ ਹੀ ਭੜਕਾ ਦਿੱਤਾ, ਉਧਾਰਾ ਹੋਇਆ। ਉੱਥੇ ਦਮਦਮਾ ਸਾਹਿਬ ਦਾ ਸਥਾਨ ਅਜੇ ਵੀ ਬਣਿਆ ਹੋਇਆ। ਇਹੋ ਜਿਹੇ ਦਿਆਲੂ ਕਿਰਪਾਲੂ ਪਾਤਸ਼ਾਹ ਹਨ ਵੀ ਜੇ ਸਿੱਖ ਕਿਤੇ ਭਟਕ ਵੀ ਜਾਂਦਾ ਹੈ, ਸਿੱਖਾਂ ਵਾਸਤੇ ਮਹਾਰਾਜ ਨੇ ਰਾਹ ਰੱਖੇ ਹੋਏ ਆ ਵੀ ਗੁਣ ਔਗਣ ਕਰਕੇ। ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਕੀ ਵਡਾਲੀ, ਜਦੋਂ ਦਇਆ ਮਹਾਰਾਜ ਕਰਦੇ ਹੈ, ਸਿੱਖ ਚਾਹੇ ਰਾਹ ਭਟਕ ਜਾਵੇ, ਹੰਕਾਰ ਦੇ ਵਸ, ਵਿਸ਼ੇ ਵਕਾਰ ਦੇ ਵਸ, ਪਰ ਮਹਾਰਾਜ ਨੇ ਸਿੱਖਾਂ ਵਾਸਤੇ, ਜਿਵੇਂ ਅਰੂਪ ਚੰਦ ਤੇ ਧਰਮ ਚੰਦ ਦੇ ਪੁੱਤਰਾਂ ਤੋਂ ਮਹਾਰਾਜ ਨੇ ਉਹ ਕਾਂ ਦੇ ਬੱਚੇ ਦਾ ਸੰਗੀ ਕਟਵਾਈ ਸੀ ਗਰੀਬ ਨਵਾਜ ਜੀਆਂ ਮਾਲਵੇ ਦੀ ਧਰਤੀ 'ਤੇ। ਤੋ ਇਸ ਤਰ੍ਹਾਂ ਆਪਾਂ ਜਿਵੇਂ ਪ੍ਰਸੰਗ ਸੁਣਿਆ ਵੀ ਹੈ ਤਾਂ ਗੁਰੂ ਘਰ ਦੀ ਸੇਵਾ ਕਰਨ ਵਾਲਾ, ਪਰ ਹੰਕਾਰ ਜਿਹੜਾ ਉਹ ਨਖਿੱਧ ਜੂਨੀਆਂ ਨੂੰ ਲੈ ਜਾਂਦਾ ਸਾਨੂੰ। ਪਰ ਨਖਿੱਧ ਜੂਨੀ 'ਚੋਂ ਬਾਅਦ ਫਿਰ ਸੱਚੇ ਪਾਤਸ਼ਾਹ ਜੀ ਦਇਆ ਕਰਕੇ ਉਹਦਾ ਉਧਾਰ ਕਰ ਹੀ ਦਿੰਦੇ ਹਨ। ਫਿਰ ਇਹਨਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਕੁਝ ਬੇਨਤੀਆਂ ਕੀਤੀਆਂ ਵੀ ਮਹਾਰਾਜ ਜਿਵੇਂ ਵੀ ਗਰੀਬ ਨਵਾਜ ਵੀ ਬੜੇ, ਇਹ ਭਾਈ ਜੋਧ, ਭਾਈ ਢੇਸੀ, ਇਸ ਤੋਂ ਆਦਿਕ ਹੋਰ ਜਿਹੜੇ ਆ ਕੇ ਸਿੱਖ ਮਹਾਰਾਜ ਨੂੰ ਬੇਨਤੀ ਕਰਦੇ। ਬ੍ਰਾਹਮਣ ਸਨ ਵੀ ਸਾਨੂੰ, ਵਿਦਵਾਨ ਬ੍ਰਾਹਮਣ ਜਿਹੜੇ ਉਹ ਆਪਦੀ ਪੰਗਤ 'ਚ ਨਹੀਂ ਭਾਉਂਦੇ, ਕਹਿੰਦੇ ਆ ਵੀ ਤੁਸੀਂ ਭਿਟੇ ਗਏ, ਨਾ ਵੇਦ ਪੜ੍ਹਦੇ ਨਾ ਸ਼ਾਸਤਰ, ਤੀਰਥਾਂ ਦਾ ਇਸ਼ਨਾਨ ਨਹੀਂ ਕਰਦੇ। ਮਹਾਰਾਜ ਉਹਨਾਂ ਨੂੰ ਜਵਾਬ ਕੀ ਦਈਏ। ਗਰੀਬ ਨਵਾਜ ਨੇ ਦੱਸਿਆ ਵੀ ਤੀਰਥਾਂ ਦਾ ਇਸ਼ਨਾਨ ਤੁਹਾਨੂੰ ਕੋਈ ਲੋੜ ਨਹੀਂ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੈ ਹਮਰੈ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਵੀ ਉਹ ਤਾਂ ਆਪ ਸਾਧੂ ਦੀ ਧੂੜੀ ਨੂੰ ਲੋਚਦੇ ਆ। ਜਿੰਨੇ ਵੀ ਤੀਰਥ ਹੈ ਵੀ ਸਾਡੇ ਵਿੱਚ ਜਿਹੜੇ ਪਾਪੀ ਪੁਰਖ ਇਸ਼ਨਾਨ ਕਰਦੇ ਆ, ਸਾਨੂੰ ਗੰਦਲਾ ਕਰ ਜਾਂਦੇ ਆ, ਸਾਡੀ ਪਵਿੱਤਰਤਾ ਕਿਵੇਂ ਹੋਵੇ। ਅਤੇ ਆਪਦੀ ਪਵਿੱਤਰਤਾ ਵਾਸਤੇ ਉਹ ਤਾਂ ਆਪ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਨੂੰ ਸਾਰੇ ਤੀਰਥ ਲੋਚਦੇ ਹੈ, ਦਿਵ ਰੂਪ ਜਾਂ ਹੋਰ ਰੂਪ ਧਾਰ ਕੇ ਇਸ਼ਨਾਨ ਕਰਦੇ ਹੈ, ਕੋਈ ਚਿੜੀਆਂ ਪੰਛੀਆਂ ਦਾ, ਕੋਈ ਮਨੁੱਖਾਂ ਦਾ। ਇਸ ਤਰ੍ਹਾਂ ਮਹਾਰਾਜ ਨੇ ਫਿਰ ਸਾਰਾ ਦੱਸਿਆ ਵੀ ਤੁਹਾਨੂੰ ਕੋਈ ਲੋੜ ਨਹੀਂ ਵੇਦ ਪੜ੍ਹਨ ਦੀ, ਵੇਦ ਬਣਾਏ ਹੈ ਅਕਾਲ ਪੁਰਖ ਨੇ, ਬਣਵਾਏ ਹੈ ਵਿਸ਼ਨੂੰ ਤੋਂ, ਅੱਗੇ ਬ੍ਰਹਮਾ ਤੋਂ ਉਹਦਾ ਵਿਸਥਾਰ ਬਿਆਸ ਜੀ ਨੇ ਕੀਤਾ। ਵੀ ਉਹ ਤਾਂ ਅੱਗੇ ਦੀ ਅੱਗੇ ਬਣਾਏ ਆ, ਅਤੇ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਅਕਾਲ ਪੁਰਖ ਹੈ, ਉਹਨਾਂ ਨੇ ਮੂੰਹ ਗੁਰਬਾਣੀ ਉਚਾਰੀ ਹੈ, ਫਿਰ ਵੱਡੀ ਤਾਂ ਗੁਰਬਾਣੀ ਹੋਈ ਨਾ। ਤੁਸੀਂ ਕਿੱਥੇ ਚੌਥੇ ਪੰਜਵੇਂ ਥਾਂ ਪਰਮੇਸ਼ਰ ਨੇ ਜਿਹੜਾ ਕਾਰਜ ਕਿਸੇ ਤੋਂ ਕਰਵਾਇਆ ਉਹ ਪੜ੍ਹਨ ਦਾ ਫਲ ਜ਼ਿਆਦਾ ਕਿ ਪਰਮੇਸ਼ਰ ਨੇ ਖੁਦ ਜਿਹੜਾ ਮੂੰਹ ਉਚਾਰਿਆ ਉਹਦਾ ਜ਼ਿਆਦਾ। ਇਸ ਤਰ੍ਹਾਂ ਦੇ ਸ਼ੰਕੇ ਗਰੀਬ ਨਵਾਜ ਮਹਾਰਾਜ ਨੇ ਇਹਨਾਂ ਦੇ ਨਿਵਰਤ ਕੀਤੇ। ਅੱਗੇ ਜਿਵੇਂ ਖਾਲਸਾ ਜੀ ਕੁਝ ਹੋਰ ਸਿੱਖਾਂ ਦੇ ਪ੍ਰਸੰਗ ਆਉਂਦੇ ਸੁਣੀਏ ਜੀ। ਗਰੀਬ ਨਵਾਜ ਨੂੰ ਹਿਰਦੇ ਵਸਾ ਕਰਕੇ ਰਸਨਾ ਕਰੋ ਪਵਿੱਤਰ, ਆਖੋ ਜੀ ਸਤਿਨਾਮ।
ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਟੁੱਟੇ ਜੋਧਾ ਜਾਮ ਦਵੈ। ਤੋ ਇੱਕ ਭਾਈ ਜੋਧਾ ਜੀ, ਭਾਈ ਜਾਮੂ ਜੀ ਨਾਮ ਦੇ ਦੋ ਸਿੱਖ ਟੁੱਟੇ ਜਾਤ ਦੇ ਹਨ। ਸ਼੍ਰੀ ਅਰਜਨ ਢਿਗ ਆਏ। ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਪਹੁੰਚੇ ਹਨ। ਕਰ ਬੰਧਨ ਬੈਠੇ ਤਬੈ। ਹਜ਼ੂਰ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕਰਕੇ ਸੰਗਤ ਵਿੱਚ ਬੈਠੇ ਹਨ। ਬੂਝੇ ਸਹਿਜ ਸੁਭਾਏ। ਤੇ ਸਹਿਜ ਸੁਭਾਅ ਮਹਾਰਾਜ ਨੂੰ ਇਉਂ ਬੇਨਤੀ ਕਰ ਪੁੱਛਣ ਲੱਗੇ ਆ। ਚੌਪਈ ਸ਼੍ਰੀ ਗੁਰ ਇਮਹਿ ਹੁਕਮ ਤੁਮਾਰੋ। ਹੇ ਸੁਭਾਈਮਾਨ ਪਾਤਸ਼ਾਹ, ਮਹਾਰਾਜ ਤੁਹਾਡਾ ਇਹ ਗੁਰਬਾਣੀ ਦੁਆਰਾ ਮਹਾਰਾਜ ਗੁਰਮੁਖਾਂ ਨੂੰ, ਪ੍ਰਾਣੀਆਂ ਨੂੰ ਹੁਕਮ ਹੈ। ਮਨ ਇਕਾਗਰ ਕਰ ਭਜਨ ਸੁਧਾਰੋ। ਵੀ ਸਾਵਧਾਨ ਇਕਾਗਰ ਚੀਤ, ਵੀ ਜਿਹੜਾ ਭਜਨ ਸੁਣਨਾ ਹੈ, ਪੜ੍ਹਨਾ ਹੈ, ਕਰਨਾ ਹੈ ਨਾ, ਉਹ ਮਨ ਇਕਾਗਰ ਕਰਕੇ ਸਦਾ ਭਜਨ ਬੰਦਗੀ ਕਰਨੀ ਚਾਹੀਦੀ ਹੈ। ਕਰ ਹਾਰੇ ਹਮ ਅਨੇਕ ਉਪਾਏ। ਪਰ ਮਹਾਰਾਜ ਬਾਣੀ ਪੜ੍ਹਦਿਆਂ ਅਸੀਂ ਬੜੇ ਉਪਾਅ ਹੀਲੇ ਉਦਮ ਕਰਕੇ ਹੰਭ ਗਏ ਹਾਂ। ਨਹੀਂ ਇਕਾਗਰਤਾ ਮਨ ਪਾਏ। ਪਰ ਸਾਡੇ ਮਨ ਨੇ ਪਾਤਸ਼ਾਹ ਜੀ ਅਜੇ ਤੱਕ ਇਕਾਗਰਤਾ ਨਹੀਂ ਪ੍ਰਾਪਤ ਕੀਤੀ। ਬਾਣੀ ਪੜ੍ਹਦੇ ਆ, ਮਨ ਨਹੀਂ ਟਿਕਦਾ ਹੈ। ਸੁਣ ਸਤਿਗੁਰੂ ਕਹੇ ਉੱਤਰ ਤਿਨ ਕੋ। ਪਾਤਸ਼ਾਹ ਜੀ ਸੁਣ ਕੇ ਨਾ ਤੋਂ ਹੁਣ ਇਸ ਸ਼ੰਕੇ ਦਾ, ਸਵਾਲ ਦਾ ਉੱਤਰ ਦੇ ਰਹੇ ਹੈ। ਪ੍ਰਥਮ ਨ ਲਖਾ ਸੁਭਾਵ ਜੇ ਮਨ ਕੋ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਤੁਸੀਂ ਸਿੱਖ ਨਹੀਂ ਸੀ, ਕਿ ਉਦੋਂ ਤੁਸੀਂ ਮਨ ਦਾ ਸੁਭਾਅ ਜਾਣਦੇ ਸੀ ਵੀ ਇਹ ਕਿਹੋ ਜਿਹਾ ਹੈ, ਕਿਵੇਂ ਚੰਚਲ ਹੈ? ਨਹੀਂ ਜਾਣਦੇ ਸੀ। ਲੱਗੇ ਪਛਾਨਣ ਅਵਗਤ ਅੰਤਰ। ਪਰ ਹੁਣ ਮਨ ਦੇ ਅੰਦਰਲੀ ਹਾਲਤ ਪਛਾਣਨ ਲੱਗ ਪਏ ਹੋ ਨਾ। ਜਿਵੇਂ ਵੀ ਕਹਿੰਦੇ ਆ ਨਾ ਵੀ ਗੁਰਬਾਣੀ ਪੜ੍ਹਨ ਦਾ ਫਲ ਕੀ ਹੈ, ਸਿੱਖ ਬਣਨ ਦਾ, ਸੰਗਤ ਕਰਨ ਦਾ। ਵੀ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਾਮ ਕੀ ਹੈ, ਕ੍ਰੋਧ ਕੀ ਹੈ, ਲੋਭ ਕੀ ਹੈ, ਮੋਹ ਕੀ ਹੈ। ਤੇ ਅਣਜਾਣ ਜਿਵੇਂ ਕੋਈ ਸੁੱਤੇ ਬੰਦੇ ਦਾ ਘਰ ਲੁੱਟਿਆ ਜਾ ਰਿਹਾ ਹੋਵੇ, ਵੀ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਦੋਂ ਕ੍ਰੋਧੀ ਬਣ ਜਾਂਦੇ, ਕਦੋਂ ਕਾਮੀ ਬਣ ਜਾਂਦੇ। ਇੱਕ ਤਾਂ ਉਹ ਲੋਕ ਹੈ। ਤੇ ਜਦੋਂ ਸਾਧ ਸੰਗਤ ਜੀ ਮਹਾਰਾਜ ਦਇਆ ਕਰਦੇ, ਚਲੋ ਕਾਬੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਮਨ ਤੇ ਪਾਉਣਾ ਔਖਾ ਹੈ, ਪਰ ਸਾਨੂੰ ਪਤਾ ਤਾਂ ਲੱਗਣ ਲੱਗ ਪੈਂਦਾ ਨਾ ਕਈ ਵਾਰੀ ਵੀ ਕਾਮ ਦਾ ਆਹ ਰੂਪ ਹੈ, ਕ੍ਰੋਧ ਦਾ ਆਹ ਰੂਪ ਹੈ, ਲੋਭ ਦਾ ਆਹ ਰੂਪ ਹੈ, ਤੇ ਮੋਹ ਦਾ ਆਹ ਰੂਪ ਹੈ। ਇੱਥੇ ਹੁਣ ਮੈਂ ਹੰਕਾਰੀ ਹਾਂ। ਜਦੋਂ ਤੁਹਾਨੂੰ ਦੁਸ਼ਮਣ ਦੀ ਪਛਾਣ ਆਵੇਗੀ, ਦੁਸ਼ਮਣ ਨਾਲ ਜੰਗ ਉਦੋਂ ਹੀ ਕੀਤਾ ਜਾਂਦਾ। ਜਦੋਂ ਦੁਸ਼ਮਣ ਦੀ ਪਛਾਣ ਨਹੀਂ, ਫਿਰ ਜੰਗ ਕਾਹਦਾ ਕੀਤਾ ਜਾਣਾ। ਵੀ ਸੰਗਤ ਕਰਨ ਦਾ, ਸਿੱਖੀ ਧਾਰਨ ਦਾ, ਮਹਾਰਾਜ ਕਹਿੰਦੇ ਭਾਈ ਇਹ ਕਿੱਡਾ ਲਾਭ ਤੁਹਾਨੂੰ ਪ੍ਰਾਪਤ ਹੋਇਆ। ਵੀ ਪਹਿਲਾਂ ਤਾਂ ਤੁਹਾਨੂੰ ਇਹ ਵੀ ਨਹੀਂ ਸੀ ਪਤਾ ਵੀ ਵਿਕਾਰ ਕਿਹਨੂੰ ਕਹਿੰਦੇ ਆ। ਚਲੋ ਮਨ ਜੇ ਨਹੀਂ ਟਿਕਦਾ, ਪਰ ਇਹ ਤਾਂ ਵੇਖੋ ਨਾ, ਹੁਣ ਤੁਹਾਨੂੰ ਪਤਾ ਲੱਗਣ ਲੱਗ ਗਿਆ ਇਹ ਗੱਲ ਦਾ ਵੀ ਇੱਥੇ ਮਨ ਇਕਾਗਰ ਨਹੀਂ ਹੁੰਦਾ। ਹੁਣ ਕਈਆਂ ਨੂੰ ਤਾਂ ਖਾਲਸਾ ਜੀ ਇਹ ਵੀ ਨਹੀਂ ਨਾ ਪਤਾ ਵੀ ਇਕਾਗਰਤਾ ਕੀ ਹੁੰਦੀ ਹੈ। ਕਾਮੀ, ਕ੍ਰੋਧੀ, ਲੋਭੀ, ਹੰਕਾਰੀ ਉਹ ਬੰਦਾ ਕਿਵੇਂ ਦਾ ਹੁੰਦਾ, ਨਹੀਂ ਪਤਾ। ਪਰ ਇਸ ਗੱਲ ਦਾ ਪਤਾ ਹੀ ਲੱਗ ਜਾਣਾ ਵੀ ਵਿਸ਼ੇ ਵਿਕਾਰ ਕੀ ਹੁੰਦੇ ਹੈ, ਇਹ ਵੀ ਮਹਾਰਾਜ ਕਹਿੰਦੇ ਬਹੁਤ ਵੱਡੀ ਪ੍ਰਾਪਤੀ ਹੈ। ਤੁਸੀਂ ਹੁਣ ਅੰਦਰਲੀ ਹਾਲਤ ਜਾਣਨ ਲੱਗ ਗਏ ਹੋ। ਇਸੀ ਜਤਨ ਮਹਿ ਰਹੋ ਨਿਰੰਤਰ। ਤੇ ਅਗਾਂਹ ਵੀ ਭਾਈ ਹੁਣ ਇਸੇ ਹੀ ਉਦਮ ਵਿੱਚ ਰਹਿਣਾ, ਵੀ ਪਿੱਛੇ ਨਹੀਂ ਹਟਣਾ। ਹੁਣ ਸਦਾ ਆਪਣੇ ਮਨ ਤੇ ਪਹਿਰਾ ਪੂਰਾ ਕਰੜਾ ਰੱਖਣਾ ਬਾਣੀ ਦਾ। ਨਿਕ ਸਹਿ ਮਨ ਪੁਨ ਜੋ ਰਹ ਆਨ। ਤੇ ਕੋਈ ਗੱਲ ਨਹੀਂ, ਸਮਾਂ ਆਵੇਗਾ ਮਨ ਵਿਸ਼ਿਆਂ ਚੋਂ ਨਿਕਲੇਗਾ ਕਦੇ ਨਾ ਕਦੇ। ਜਦੋਂ ਨਿਕਲੇਗਾ ਫਿਰ ਇਹਨੂੰ ਦੁਬਾਰਾ ਵਿਸ਼ਿਆਂ 'ਚ ਨਾ ਵੜਨ ਦੇਣਾ। ਜਦੋਂ ਨਿਕਲੇਗਾ ਵਿਸ਼ਿਆਂ 'ਚੋਂ ਫਿਰ ਇਹਨੂੰ ਨਾਮ ਵਾਲੇ ਪਾਸੇ ਲਾ ਦੇਣਾ ਹੈ। ਪੁਨ ਪੁਨ ਰੋਕਹੁ ਬਨ ਸਬਧਾਨ। ਤਿਆਰ ਬਰ ਤਿਆਰ ਹੋ ਕਰਕੇ ਦੌੜਦੇ ਹੋਏ ਮਨ ਨੂੰ ਪੁਨ੍ਹਾ ਪੁਨ੍ਹਾ ਵਾਰ-ਵਾਰ ਬਾਣੀ ਪੜ੍ਹਦਿਆਂ, ਸੁਣਦਿਆਂ, ਕਥਾ ਕੀਰਤਨ ਤੇ ਇਹਨੂੰ ਰੋਕਣਾ ਚਾਹੀਦਾ ਹੈ। ਮੁੜ ਮੁੜ ਕੇ ਫੇਰ ਇਹਨੂੰ ਸਾਵਧਾਨ ਹੋ ਕਰਕੇ ਤੇ ਮੁੜ ਸੰਗਤ ਵਿੱਚ ਲੈ ਕੇ, ਜਾਂ ਜੋ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਉੱਥੇ ਲਿਆਉਣਾ ਚਾਹੀਏ। ਸਹਿਜ ਸੁਭਾ ਇੱਕ ਥਿਰਤਾ ਹੋਏ। ਤੇ ਧੀਰਾ ਸਮਾਂ ਆਵੇਗਾ, ਧੀਰੇ ਧੀਰੇ ਇੱਕ ਦਿਨ ਸਹਿਜ ਸੁਭਾਈ ਇਹ ਮਨ ਐਨ ਟਿਕ ਜਾਵੇਗਾ। ਜਿਵੇਂ ਸੋਨਾ ਹੁੰਦਾ ਨਾ ਖਾਲਸਾ ਜੀ, ਜਿੰਨਾ ਚਿਰ ਮੈਲ ਹੁੰਦੀ ਹੈ ਸੋਨਾ ਨਹੀਂ ਕਠਾਲੀ 'ਚ ਟਿਕਦਾ, ਕੰਢਿਆਂ ਨੂੰ ਚੜ੍ਹਦਾ ਭੱਜ ਭੱਜ ਕੇ।
ਪਰ ਜੇ ਆਖੀਏ ਜੀ ਸੋਨਾ ਤਾਂ ਹੁਣ ਕੰਢਿਆਂ ਨੂੰ ਚੜ੍ਹਦਾ, ਜਾਂ ਸੋਨਾ ਆਖੇ ਵੀ ਹੁਣ ਮੈਂ ਟਿਕਾ ਹੀ ਨਹੀਂ ਮੇਰੇ ਵਿੱਚ। ਜਿੰਨਾ ਸੜੇਗਾ, ਜਿੰਨਾ ਦੌੜੇਗਾ, ਕਠਾਲੀ ਵਿੱਚ ਓਨੀ ਮੈਲ ਵੱਧ ਸੜੇਗੀ, ਅਤੇ ਧੀਰੇ ਧੀਰੇ ਸਮਾਂ ਆਵੇਗਾ ਸੋਨਾ ਫਿਰ ਐਨ ਲਾਟ ਦੇ ਉੱਤੇ ਟਿਕ ਜਾਂਦਾ। ਉਦੋਂ ਸਮਝ ਲੈਂਦਾ ਸੁਨਾਰ ਵੀ ਹੁਣ ਸੋਨਾ ਸੁੱਧ ਹੋ ਗਿਆ। ਇੱਦਾਂ ਹੀ ਮਨ ਹੈ, ਜਿੰਨਾ ਸਮਾਂ ਮਨ ਦੌੜੇਗਾ, ਸੰਗਤ ਵਿੱਚ ਬੈਠਿਆਂ ਹੋਇਆਂ ਜਦੋਂ ਕਥਾ ਸੁਣਦਿਆਂ ਜੀ ਕਾਹਲਾ ਪਵੇ ਨਾ ਵੀ ਸਮਾਂ ਜੀ ਬਹੁਤ ਹੋ ਗਿਆ, ਹੁਣ ਚੱਲੀਏ ਜੀ। ਜਦੋਂ ਮਨ ਕਾਹਲਾ ਪੈਂਦਾ ਉਦੋਂ ਜਾਣ ਲੈਣਾ ਚਾਹੀਦਾ ਵੀ ਸਾਡੇ ਮਨ ਦੀ ਮੈਲ ਸੜ ਰਹੀ ਹੈ। ਇਹ ਆਪਦੇ ਆਪ ਨੂੰ ਛਡਾ ਕੇ ਹੁਣ ਭੱਜਦਾ ਪਿਆ, ਹੁਣ ਦੌੜਨ ਨੂੰ ਫਿਰਦਾ ਹੈ। ਜਦੋਂ ਦੌੜਦਾ ਮਨ, ਜਾਣੋ ਵੀ ਹੁਣ ਮੈਲ ਕੱਟੀ ਜਾਂਦੀ ਹੈ। ਜਿੰਨਾ ਵੱਧ ਮਨ ਨੂੰ ਤੁਸੀਂ ਦੁਖੀ ਕਰੋਗੇ ਸੰਗਤ ਵਿੱਚ ਬਹਿ ਕਰਕੇ, ਇਹਨੂੰ ਜਿੰਨਾ ਵੱਧ ਚੰਡੋਗੇ, ਇਹਦਾ ਜਿੰਨਾ ਵੱਧ ਜਿਹੜਾ ਵਾ ਉਹ ਬਾਣੀ ਸੁਣਾਓਗੇ, ਕਿਉਂਕਿ ਬਾਣੀ ਅੱਗ ਵਾਂਗੂ ਹੈ, ਮਨ ਸੋਨਾ ਹੈ ਅਤੇ ਇਹ ਸੰਗਤ ਕਠਾਲੀ ਹੈ। ਇੱਕ ਵਾਰੀ ਤਾਂ ਭੱਜੇਗਾ ਸੰਗਤ ਵਿੱਚੋਂ, ਪਰ ਸਮਾਂ ਆਵੇਗਾ ਫਿਰ ਨਹੀਂ ਪਤਾ ਲੱਗਣਾ ਵੀ ਕਿੰਨਾ ਕੁ ਸਮਾਂ ਹੋ ਗਿਆ ਕਥਾ ਹੁੰਦੀ ਨੂੰ, ਕਿੰਨਾ ਸਮਾਂ ਕੀਰਤਨ ਹੁੰਦੇ ਨੂੰ ਹੋ ਗਿਆ। ਇਹੋ ਜਿਹੀ ਮਹਾਰਾਜ ਦਇਆ ਕਰਦੇ। ਪਾਤਸ਼ਾਹ ਕਹਿੰਦੇ ਭਾਈ ਇਹ ਸਮਾਂ ਆਉਂਦਾ ਫਿਰ ਸਹਿਜ ਸੁਭਾਏ ਹੀ ਇਹ ਟਿਕ ਜਾਂਦਾ ਹੈ, ਕੇਰਾਂ ਜ਼ਰੂਰ ਭੱਜਦਾ ਹੈ। ਪਾਵਹੁ ਸ਼੍ਰੇਯ ਕਸ਼ਟ ਗਨ ਖੋਏ। ਜਦੋਂ ਮਨ ਟਿਕ ਗਿਆ ਫਿਰ ਮਨ ਜੀਤਾ ਹੈ ਜਗ ਜੀਤ। ਮਨ ਟਿਕੇ ਤੋਂ ਬਾਅਦ ਸਭ ਕਸ਼ਟ ਦੁੱਖ ਦੂਰ ਹੋ ਜਾਂਦੇ ਹਨ। ਸੁਨ ਉਪਦੇਸ਼ ਜਤਨ ਤਿਮ ਠਾਨਾ। ਤੇ ਮੁਕਤੀ ਪ੍ਰਾਪਤ ਹੁੰਦੀ ਹੈ। ਇਹੋ ਜਿਹਾ ਉਪਦੇਸ਼ ਸੁਣ ਕੇ ਬੜਾਏ ਹੁਣ ਮਹਾਰਾਜ ਤੋਂ ਸੁਣ ਕੇ ਉਪਦੇਸ਼ ਇਹਨਾਂ ਨੇ ਮਨ ਨੂੰ ਟਿਕਾਉਣ ਦਾ ਬੜਾ ਯਤਨ ਕੀਤਾ, ਸੰਗਤ ਕਰਦੇ ਹਨ। ਸੋ ਪ੍ਰਾਪਤ ਹੋਏ ਕਲਿਆਣਾ। ਤੇ ਹੁਣ ਪ੍ਰਾਪਤ ਹੋਈ ਇਹਨਾਂ ਨੂੰ ਕਲਿਆਣ। ਮਹਾਰਾਜ ਨੇ ਬੜੀ ਦਇਆ ਕੀਤੀ ਹੈ। ਮੰਝ ਕੇ ਸੰਗ ਪਿਰਾਣਾ ਆਇਓ। ਤੇ ਹੁਣ ਪਾਤਸ਼ਾਹ ਮਹਾਰਾਜ ਉਹ ਦੱਸਦੇ ਆ, ਇਹ ਭਾਈ ਮੰਝ ਦੀ ਕਥਾ ਜਿਹੜੀ ਆਪਾਂ ਪਿੱਛੇ ਸੁਣੀ ਆ ਨਾ, ਉਹਦਾ ਥੋੜ੍ਹਾ ਜ਼ਿਕਰ ਹੁਣ ਆ ਰਹੇ ਆ। ਕਹਿੰਦੇ ਭਾਈ ਮੰਝ ਜੀ ਆਏ ਇੱਕ ਦਿਨ ਮਹਾਰਾਜ ਦੇ ਪਾਸ, ਜਿਨ੍ਹਾਂ ਨੂੰ ਮਹਾਰਾਜ ਨੇ ਵਰਦਾਨ ਦਿੱਤਾ ਸੀ, ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰ। ਉਹ ਭਾਈ ਮੰਝ ਜੀ ਨਾਲ ਇਹਨਾਂ ਦੇ ਭਾਈ ਪ੍ਰਾਣਾ ਜੀ ਆਏ। ਇਹ ਉਹ ਭਾਈ ਪ੍ਰਾਣਾ ਜੀ ਖਾਲਸਾ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਸ਼ਹਾਦਤ ਦੇਣ ਵਾਸਤੇ ਲਾਹੌਰ ਗਏ ਆ, ਤੇ ਭਾਈ ਪ੍ਰਾਣਾ ਜੀ ਨਾਲ ਸਨ। ਇਹ ਉਹੀ ਭਾਈ ਪ੍ਰਾਣਾ ਜੀ ਹੈ, ਤੇ ਇਹ ਪਹਿਲੀ ਵਾਰ ਭਾਈ ਮੰਝ ਜੀ ਦੇ ਨਾਲ ਆਏ ਹਨ। ਸਤਿਗੁਰ ਆਗੇ ਸੀਸ ਨਿਵਾਇਓ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਅੱਗੇ ਦੋਹਾਂ ਸੀਸ ਨਿਵਾਇਆ ਹੈ। ਦੇਹੋ ਉਪਦੇਸ਼ ਹੋਏ ਕਲਿਆਣੇ। ਪਾਤਸ਼ਾਹ ਸਾਨੂੰ ਵੀ ਉਪਦੇਸ਼ ਬਖਸ਼ੋ, ਦਇਆ ਕਰੋ, ਦਇਆ ਕਰੋ, ਸਾਡੀ ਵੀ ਕਲਿਆਣ ਹੋਵੇ। ਸ਼੍ਰੀ ਮੁਖ ਤੇ ਸੁਭ ਵਾਕ ਬਖਾਨੇ। ਆਪਣੇ ਸ਼੍ਰੀ ਸੁਭਾਏਮਾਨ ਮੁਖ ਤੋਂ, ਕੰਠ ਤੋਂ ਪਾਤਸ਼ਾਹ ਨੇ ਫਿਰ ਇਹ ਬਚਨ ਇਹਨਾਂ ਨੂੰ ਆਖਿਆ ਹੈ। ਸਰਵਰ ਕੇ ਮੁਰੀਦ ਤੁਮ ਦੋ। ਵੀ ਭਾਈ ਮੰਝ ਤੇ ਭਾਈ ਪ੍ਰਾਣਾ ਜੀ ਤੁਸੀਂ ਦੋਵੇਂ ਸਖੀ ਸਰਵਰ ਦੇ ਚੇਲੇ ਮੁਰੀਦ ਹੋ। ਅੱਜ ਨੂੰ ਲਾਲਾਂ ਵਾਲਾ ਕਹਿੰਦੇ ਆ। ਕਹਿੰਦੇ ਹੇ ਭਾਈ ਮੰਝ ਤੇ ਭਾਈ ਪ੍ਰਾਣਾ ਜੀ, ਤੁਸੀਂ ਹੁਣ ਤੱਕ ਵੇਖੋ ਜਾਣਦੇ ਹੀ ਹੋ ਵੀ ਸਖੀ ਸਰਵਰ ਦੇ ਚੇਲੇ ਰਹੇ ਹੋ। ਸਿੱਖੀ ਕਠਨ ਕਮਾਏ ਨ ਸੋਊ। ਤੇ ਸਿੱਖੀ ਜਿਹੜੀ ਹੈ ਨਾ ਉਹ ਔਖੀ ਹੈ, ਕਮਾਣੀ ਹੋਣੀ। ਸਿੱਖੀ ਕਮਾਉਣੀ ਬਹੁਤ ਔਖੀ ਹੈ। ਲਾਲਾਂ ਵਾਲੇ ਪੀਰ ਦੀ ਸੇਵਾ ਵਰਗੀ ਸਿੱਖੀ ਨਹੀਂ, ਇਹ ਤਾਂ ਖੰਡਿਓਂ ਤਿੱਖੀ ਹੈ। ਕਹਿਣ ਲੱਗੇ ਤੁਮ ਦਰਸ਼ਨ ਭਇਓ। ਇਹ ਕਹਿਣ ਲੱਗੇ ਨਹੀਂ ਪਾਤਸ਼ਾਹ, ਜਦੋਂ ਦਾ ਤੁਹਾਡਾ ਦਰਸ਼ਨ ਕੀਤਾ ਹੈ ਤਬ ਤੇ ਹਮਰੋ ਮਨ ਫਿਰ ਗਇਓ। ਤੇ ਸਾਡਾ ਮਨ ਉਦੋਂ ਤੋਂ ਲੈ ਕੇ ਹੁਣ ਫਿਰ ਗਿਆ ਹੈ। ਹੁਣ ਨਹੀਂ ਉਹ ਮੜੀ ਨੂੰ ਮੰਨਣ ਨੂੰ ਜੀ ਕਰਦਾ ਹੈ। ਹਿੰਦ ਜਨਮ ਹਮ ਤੁਰਕ ਮਨਾਵੈ। ਵੀ ਸਾਡਾ ਕਿਉਂਕਿ ਸਿੱਖ ਨਹੀਂ ਨਾ ਬਣਿਆ ਜੇ, ਤਾਂ ਕਹਿੰਦੇ ਮਹਾਰਾਜ ਸਾਡਾ ਹਿੰਦੂਆਂ ਦੇ ਘਰ ਦਾ ਜਨਮ ਹੈ, ਪਰ ਵੇਖੋ ਵੀ ਸਾਡੇ ਭਾਗ ਅਸੀਂ ਇੱਕ ਤੁਰਕੜੇ ਨੂੰ ਮਨਾਉਂਦੇ ਪੂਜਦੇ ਹਾਂ। ਗਇਓ ਧਰਮ ਪਰ ਲੋਕ ਗਵਾਵੈ। ਵੀ ਅਸੀਂ ਤਾਂ ਆਪਦੇ ਧਰਮ ਤੇ ਵੀ ਖਰੇ ਨਾ ਉਤਰੇ, ਤੇ ਇੱਕ ਤੁਰਕੜੇ ਨੂੰ ਮੜੀ ਨੂੰ ਮੰਨ ਕੇ ਆਪਦਾ ਪਰਲੋਕ ਵੀ ਗਵਾ ਲਿਆ ਹੈ ਜਾਂ ਗਵਾ ਲਵਾਂਗੇ। ਸੁਣ ਗੁਰ ਕਹਿਓ ਜਾਹੋ ਨਿਜ ਧਾਮ। ਸੁਣ ਕੇ ਨਾ ਤੋਂ ਵੀ ਮਹਾਰਾਜ ਸਾਨੂੰ ਸਿੱਖੀ ਬਖਸ਼ੋ, ਅਸੀਂ ਨਹੀਂ ਉਹ ਹੁਣ ਪੀਰ ਨੂੰ ਮੰਨਾਂਗੇ। ਗਰੀਬ ਨਵਾਜ ਮਹਾਰਾਜ ਜੀਆਂ ਨੇ ਆਖਿਆ ਠੀਕ ਹੈ ਭਾਈ, ਫਿਰ ਹੁਣ ਇੱਕ ਵਾਰੀ ਆਪਣੇ ਘਰਾਂ ਨੂੰ ਜਾਓ ਜੇ ਤੁਸਾਂ ਸਿੱਖੀ ਲੈਣੀ ਹੈ। ਪ੍ਰਥਮ ਢਾਹੋ ਸੁਲਤਾਨ ਮੁਕਾਮ। ਤੇ ਪਹਿਲਾਂ ਜਿਹੜਾ ਉਹ ਸਖੀ ਸਰਵਰ ਸੁਲਤਾਨ ਤੁਹਾਡਾ ਪੀਰ ਹੈ, ਜਿਹਦੀ ਜਗ੍ਹਾ ਲਾਲਾਂ ਵਾਲੇ ਦੀ ਘਰ ਬਣਾਈ ਹੋਈ ਤੁਸੀਂ ਦੋਵੇਂ,
ਜਾ ਕੇ ਉਹਦੀ ਜਗ੍ਹਾ ਜੀ ਢਾਹ ਮਾਰੋ। ਪੁਨ ਆਵਹ ਹਮ ਸਿੱਖ ਬਣਾਵੈ। ਜਦੋਂ ਢਾਹ ਕੇ ਆਓਗੇ ਨਾ ਉਹਦੀ ਮੜੀ ਤੇ ਫੇਰ ਸਾਡੇ ਪਾਸ ਆਉਣਾ, ਫਿਰ ਤੁਹਾਨੂੰ ਸਿੱਖੀ ਦੇਵਾਂਗੇ। ਸ਼ੁਭ ਆਪਨੋ ਉਪਦੇਸ਼ ਬਤਾਵੈ। ਫੇਰ ਤੁਹਾਨੂੰ ਅਸੀਂ ਆਪ ਦਾ ਉਪਦੇਸ਼ ਬਖਸ਼ਿਸ਼ ਕਰਾਂਗੇ। ਸੁਣ ਤਜਾਏ ਤਿਸ ਥਾਨ ਬਿਦਾਰਾ। ਸੁਣ ਕੇ ਗਏ ਚਲੇ ਦੋਵੇਂ ਘਰ, ਤੇ ਭਾਈ ਪ੍ਰਾਣਾ ਨੇ ਵੀ ਉਹਦੀ ਕਬਰ ਜੀ ਪੱਟ ਮਾਰੀ, ਤੇ ਭਾਈ ਮੰਝ ਜੀ ਨੇ ਵੀ ਉਹ ਸਾਰੀ ਜਿਹੜੀ ਲੱਗੀ ਹੋਈ ਮੜੀ ਤੇ ਇੱਟ ਰੋੜਾ ਸਾਰਾ ਪੁੱਟ ਸੁੱਟਿਆ ਹੈ। ਗੁਰ ਟਿਗ ਆਏ ਪ੍ਰਸੰਗ ਉਚਾਰਾ। ਤੇ ਪਾਤਸ਼ਾਹ ਮਹਾਰਾਜ ਦੇ ਪਾਸ ਆ ਗਏ ਤੇ ਦੱਸ ਦਿੱਤਾ ਵੀ ਮਹਾਰਾਜ ਅਸੀਂ ਉਹ ਸਖੀ ਸਰਵਰ ਦੀ ਜਿਹੜੀ ਕਬਰ ਹੈ ਉਹ ਘਰੋਂ ਅਸਾਂ ਨੇ ਢਾਹ ਦਿੱਤੀ ਹੈ। ਸ਼੍ਰੀ ਮੁਖ ਤੇ ਸੇਵਾ ਫੁਰਮਾਈ। ਤੇ ਮਹਾਰਾਜ ਪਾਤਸ਼ਾਹ ਨੇ ਫਿਰ ਆਪਣੇ ਮੁਖੋਂ ਇਹਨਾਂ ਨੂੰ ਸੇਵਾ ਲਾਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ। ਮੰਝ ਵਹਿਰ ਤੇ ਈਂਧਣ ਲਿਆਈ। ਮਹਾਰਾਜ ਕਹਿੰਦੇ ਭਾਈ ਮੰਝ ਤੁਸੀਂ ਲੱਕੜਾਂ ਲੈ ਕੇ ਆਉਣੀਆਂ ਕਰਨੀਆਂ ਭਾਈ ਲੰਗਰ ਵਾਸਤੇ ਜੰਗਲ ਚੋਂ। ਭਾਈ ਮੰਝ ਜੀ ਦੀ ਲੱਕੜਾਂ ਦੀ ਸੇਵਾ ਲੱਗੀ। ਤੂੰ ਚੁੱਲ੍ਹੇ ਝੋਕਣ ਪਰ ਰਹੋ। ਤੇ ਮਹਾਰਾਜ ਨੇ ਆਖਿਆ ਭਾਈ ਪ੍ਰਾਣਾ ਜੀ ਤੁਸੀਂ ਚੁੱਲ੍ਹੇ ਝੋਕਣ ਤੇ ਭਾਵ ਵੀ ਅੱਗ ਬਾਲਣੀ, ਚੁੱਲ੍ਹਿਆਂ ਵਿੱਚ ਬਾਲਣ ਪੂਰਾ ਆਦਿਕ ਕਰਨਾ, ਇਸ ਕੰਮ ਵਿੱਚ ਸੇਵਾ ਤੇ ਲੱਗ ਜਾਓ। ਇਹ ਸਿੱਖਣ ਕੀ ਸੇਵਾ ਲਹੋ। ਇਹ ਸਿੱਖਾਂ ਦੀ ਸੇਵਾ ਹੈ, ਲੰਗਰਾਂ ਦੀ ਸੰਗਤਾਂ ਨੇ ਛਕਣਾ ਹੈ ਤੇ ਮਣੈਣ ਨੀਵਾਂ ਕਰਕੇ ਸਿੱਖਾਂ ਸੰਗਤਾਂ ਦੀ ਸੇਵਾ ਵਿੱਚ ਲੱਗ ਜਾਓ। ਅੰਤఃਕਰਨ ਸ਼ੁੱਧ ਹੋਏ ਜਬੈ। ਜਦੋਂ ਸੇਵਾ ਕਰ ਕਰਕੇ ਤੁਹਾਡਾ ਮਨ ਚਿੱਤ ਬੁੱਧ ਸ਼ੁੱਧ ਹੋ ਜਾਵੇਗੀ। ਹਮ ਉਪਦੇਸ਼ ਬਤਾਵਹਿ ਤਬੈ। ਤੇ ਜਦੋਂ ਜਾਣ ਲਵਾਂਗੇ ਵੀ ਹੁਣ ਤੁਸੀਂ ਸਿੱਖਿਆ ਲੈਣ ਦੇ ਸਿੱਖੀ ਦੇ ਅਧਿਕਾਰੀ ਹੋ, ਫਿਰ ਤੁਹਾਨੂੰ ਸਿੱਖੀ ਬਖਸ਼ੀ ਜਾਵੇਗੀ। ਨਿਤ ਗੁਰ ਸ਼ਬਦ ਸੁਨਹਾ ਮਨ ਲਾਏ। ਤੇ ਮਨ ਦੀ ਮੈਲ ਕੱਟਣ ਵਾਸਤੇ ਰੋਜ਼ ਤੁਸਾਂ ਆਸਾ ਦੀ ਵਾਰ ਤੋਂ ਆਦਿਕ ਸਭ ਜਿਹੜਾ ਕੀਰਤਨ ਹੁੰਦਾ ਹੈ ਮਨ ਲਾ ਕੇ ਸੁਣਨਾ ਹੈ। ਕਥਾ ਕੀਰਤਨ ਹੋਏ ਜਿਸ ਥਾਏ। ਤੇ ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਤੋਂ ਬਾਹਰ ਵੀ ਕਿਤੇ ਸਿੱਖਾਂ ਦੇ ਘਰ ਜਾਂ ਧਰਮਸ਼ਾਲਾ ਵਿੱਚ ਜਿੱਥੇ ਵੀ ਕਥਾ ਜਾਂ ਕੀਰਤਨ ਹੁੰਦਾ ਹੋਵੇ, ਸਿੱਖ ਝੂਠੇ ਬਾਸਣ ਜੋਏ। ਉੱਥੇ ਜਾ ਕੇ ਕੀਰਤਨ ਕਥਾ ਸੁਣਨਾ। ਜਿੱਥੇ ਪੰਡਾਲ ਸੰਗਤ ਇਕੱਠੀ ਹੁੰਦੀ ਹੈ, ਸੰਗਤਾਂ ਜਿਹੜਾ ਪ੍ਰਸ਼ਾਦਾ ਛਕਣਗੀਆਂ, ਜੂਠੀਆਂ ਪਤਲਾਂ ਥਾਲ ਜਿਹੜੇ ਬਾਟੇ ਹਨ, ਕਰਹ ਪਖਾਰਨ ਮਾਂਜਣ ਸੋਏ। ਚੰਗੀ ਤਰ੍ਹਾਂ ਧੋ ਧੋ ਕੇ ਉਹਨਾਂ ਬਾਟਿਆਂ ਨੂੰ, ਸੰਗਤਾਂ ਦੇ ਜੂਠੇ ਬਰਤਨਾਂ ਨੂੰ ਤੇ ਮਾਂਜਿਆ ਕਰੋ। ਹੁਣ ਇੱਥੇ ਮਾਂਜਣ ਦਾ ਵਾਚਕ ਆਇਆ, ਮਹਾਰਾਜ ਮਾਂਜਣ ਦਾ ਬਚਨ ਆਇਆ, ਸਤਿਗੁਰਾਂ ਨੇ ਆਪ ਕਿਹਾ ਵੀ ਭਾਈ ਬਾਟੇ ਮਾਂਜਣੇ ਆ। ਪਹਿਲਾਂ ਲੰਗਰਾਂ ਵਿੱਚ ਖਾਲਸਾ ਜੀ ਮੰਜਾਈ ਹੁੰਦੀ ਸੀ, ਤੇ ਹੁਣ ਸਰਫ ਨਾਲ ਮਾਂਜ ਕੇ ਧੋ ਹੈ ਤਾਂ ਧੋਂਦੇ, ਸਰਫ ਨਾਲ ਤਾਂ ਕਦੇ ਮਾਂਜੇ ਨਹੀਂ ਜਾਂਦਾ ਗਾ। ਕਹਿੰਦੇ ਜੀ ਭਾਂਡੇ ਸਰਫ ਨਾਲ ਮਾਂਜੇ ਆ। ਸਰਫ ਮਾਂਜ ਉਹ ਹੁੰਦੀ ਜਿਹੜਾ ਰਗੜ ਲੱਗੇ ਭਾਂਡੇ ਨੂੰ, ਤੇ ਸਰਫ ਨਾਲ ਕਿੱਥੇ ਰਗੜ ਲੱਗਦੀ, ਉਹ ਤਿੰਨ ਕੁ ਭਰ ਲੈਂਦੇ ਆ ਟੱਪ ਜੇ ਉਹਦੇ ਸਰਫ ਦੇ, ਤੇ ਇੱਕ ਪਾਸੇ ਉਹ ਪਹਿਲਾਂ ਜੂਠਾ ਉਹਦੇ ਵਿੱਚ ਪਾ ਕੇ ਉਹ ਜਿਹੜਾ ਲੱਗੀ ਜੂਠ ਉਹ ਸਰਫ ਵਾਲੇ 'ਚ, ਤੇ ਜਿਹੜਾ ਆਪ ਹੀ ਜੂਠਾ ਉਹ ਸਰਫ ਵਾਲਾ ਪਾਣੀ ਉਹ ਬਾਟੇ ਦੀ ਜੂਠ ਕਿੱਥੋਂ ਗਵਾਏਗਾ, ਮੁੜ ਕੇ ਉਹ ਤੀਜੇ 'ਚ ਧੋਈ ਜਾਂਦੇ ਆ। ਕਹਿੰਦੇ ਜੀ ਹੁਣ ਇਹ ਸ਼ੁੱਧ ਹੋ ਗਿਆ। ਹੁਣ ਆ ਵੱਡੇ ਵੱਡੇ ਤਖਤਾਂ ਗੁਰੂ ਘਰਾਂ ਵਿੱਚ ਸਭ ਪਾਸੇ ਜਿਹੜਾ ਵਾ, ਨਹੀਂ ਤਾਂ ਸਵਾਹ ਦੀ ਮੰਜਾਈ ਬੜਾ ਸਮਾਂ ਹੁੰਦੀ ਰਹੀ ਹੈ। ਆਕਾਰ ਸੇਵਾ ਦੇ ਡੇਰੇ ਵਿੱਚ ਅਜੇ ਵੀ ਜਿਹੜਾ ਵਾ ਸਵਾਹ ਦੀ ਮੰਜਾਈ, ਸੰਪਰਦਾਵਾਂ ਦੇ ਸਥਾਨਾਂ ਵਿੱਚ ਰੇਤਾ ਨਹੀਂ ਤਾਂ ਸਵਾਹ ਤਾਂ ਹੈ, ਸਰਫ ਘੱਟ ਹੀ ਵਰਤਦੇ ਆ। ਹੁਣ ਤਾਂ ਵਰਤੀ ਜਾਂਦੇ ਵੀ, ਪਰ ਜ਼ਿਆਦਾਤਰ ਜਿਹੜਾ ਵਾ ਉਹ ਇਸ ਤਰ੍ਹਾਂ ਰੇਤੇ ਦਾ ਜਾਂ ਉਹ ਕੋਈ ਮਿੱਟੀ ਹੁੰਦੀ ਜਿਹੜੀ ਆ ਬੂਰੀ ਜੀ ਉਹਦਾ, ਜਾਂ ਕੋਈ ਆ ਲੱਕੜਾਂ ਦੇ ਬੂਰੇ ਨਾਲ ਮਾਂਜਦੇ ਰਹੇ, ਜ਼ਿਆਦਾਤਰ ਸਵਾਹ ਨਾਲ ਹੀ ਮਾਂਜਦੇ ਆ। ਘਰਾਂ ਵਿੱਚ ਵੀ ਅੱਗੇ ਇਸ ਤਰ੍ਹਾਂ ਹੀ ਸੀਗਾ। ਤੋ ਪਾਤਸ਼ਾਹ ਮਹਾਰਾਜ ਇੱਥੇ ਜੇਕਰ ਆ ਗਿਆ ਵੀ ਉਸ ਸਮੇਂ ਅੰਮ੍ਰਿਤਸਰ ਸਾਹਿਬ ਵਿੱਚ ਰੇਤਾ ਜਾਂ ਸਵਾਹ ਨਾਲ ਭਾਂਡੇ ਮਾਂਜੇ ਜਾਂਦੇ ਸਨ। ਤੋ ਗਰੀਬ ਨਵਾਜ ਸਤਿਗੁਰੂ ਕਹਿੰਦੇ ਭਾਈ ਸਵਾਹ ਦੇ ਨਾਲ ਜਾਂ ਜਥਾ ਵੀ ਹੈ, ਜਿੱਥੇ ਵੀ ਕਿਤੇ ਸੰਗਤ ਪ੍ਰਸ਼ਾਦਾ ਛਕੇ, ਜੂਠੇ ਭਾਂਡੇ ਬਰਤਨ ਜਿਹੜੇ ਹੈ ਉਹਨਾਂ ਦੀ ਚੰਗੀ ਸੇਵਾ ਕਰਨੀ, ਧੋ ਕੇ ਮਾਂਜਣੇ ਸਵਾਰਨੇ ਹਨ। ਸੁਣ ਕਰ ਸੇਵ ਲੱਗੇ ਹਰ ਖਾਏ। ਸੁਣ ਕੇ ਸੇਵਾ ਕੀਤੀ ਇਹਨਾਂ ਨੇ, ਬੜੇ ਖੁਸ਼ ਹੋਏ ਆ। ਚਿਰੰਕਾਲ ਗੁਰ ਸੰਗਤ ਪਾਏ। ਤੇ ਬੜਾ ਸਮਾਂ ਸੰਗਤ ਪ੍ਰਾਪਤ ਕੀਤੀ ਹੈ। ਭਇਓ ਪਿਰਾਣਾ ਸਿੱਧ ਵਿਸਾਲਾ। ਸੇਵਾ ਕਰ ਕਰਕੇ ਤੇ ਭਾਈ ਪੁਰਾਣਾ ਵਿੱਚ ਨਾ ਕੁਝ ਕਰਾਮਾਤਾਂ ਆਉਣੀਆਂ ਸ਼ੁਰੂ ਹੋ ਗਈਆਂ। ਸੇਵਾ ਵੱਡੀ ਹੈ,
ਸੇਵਾ ਕਰ ਕਰਕੇ ਤੇ ਇਹਦੇ ਭਾਈ ਪੁਰਾਣਾ ਜੀ ਵਿੱਚ ਸਿੱਧੀ ਆ ਚੁੱਕੀ ਹੈ, ਪ੍ਰਵੇਸ਼ ਕੀਤੀ ਹੈ। ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਤੇ ਬ੍ਰਹਮ ਗਿਆਨ ਜਿਹੜਾ ਸਾਰਿਆਂ ਨੂੰ ਸਦਾ ਸੁਖ ਦੇਣ ਵਾਲਾ, ਉਹ ਭਾਈ ਪੁਰਾਣਾ ਜੀਆਂ ਪ੍ਰਾਪਤ ਕੀਤਾ। ਇਹ ਭਾਈ ਪੁਰਾਣਾ ਜੀ ਨੇ ਲੰਗਰਾਂ 'ਚੋਂ ਇਹੋ ਜਿਹੀ ਖਾਲਸਾ ਜੀ ਸੇਵਾ ਕਰਕੇ ਅਜ਼ਮਤ ਹਾਸਲ ਕੀਤੀ। ਜਦੋਂ ਗਵਾਲੀਅਰ ਦੇ ਕਿਲੇ ਵਿੱਚ ਫਿਰ 6ਵੇਂ ਪਾਤਸ਼ਾਹ ਨੂੰ ਬੰਦੀ ਬਣਾਇਆ ਸੀ ਨਾ ਜਹਾਂਗੀਰ ਨੇ, ਤੇ ਭਾਈ ਪੁਰਾਣਾ ਸ਼ੇਰ ਦਾ ਰੂਪ ਧਾਰ ਕੇ ਤੇ ਜਹਾਂਗੀਰ ਦੀ ਛਾਤੀ ਤੇ ਚੜ੍ਹਦਾ ਰਿਹਾ। ਇਹ ਲੰਗਰਾਂ ਦੀ ਸੇਵਾ 'ਚੋਂ ਬਰਕਤ ਲਈ ਇੰਨੀ ਸਿੱਧੀ ਪ੍ਰਾਪਤ ਹੋ ਗਈ ਸੀ ਭਾਈ ਪੁਰਾਣਾ ਜੀ ਨੂੰ। ਤੋਂ ਅੱਗੇ ਮਹਾਰਾਜ ਕਵੀ ਜੀ ਕਹਿੰਦੇ ਹਨ, ਅੰਤ ਪ੍ਰਯੰਤ ਰਹਿਓ ਗੁਰ ਤੀਰ। ਵੀ ਮਹਾਰਾਜ ਸਤਿਗੁਰਾਂ ਦੀ ਸ਼ਹਾਦਤ ਤੱਕ ਇਹ ਭਾਈ ਪੁਰਾਣਾ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਰਿਹਾ ਹੈ। ਸੇਵੇ ਸ਼੍ਰੀ ਹਰਗੋਬਿੰਦ ਧੀਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਬਾਅਦ ਜਦੋਂ 6ਵੇਂ ਪਾਤਸ਼ਾਹ ਧੀਰਜ ਧਾਰੀ ਗੁਰੂ ਗਰੀਬ ਨਿਵਾਜ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਤੇ ਸਜੇ ਹੈ, ਉਦੋਂ ਫਿਰ ਭਾਈ ਪੁਰਾਣਾ ਜੀ ਨੇ 6ਵੇਂ ਪਾਤਸ਼ਾਹ ਦੇ ਸਮੇਂ ਵਿੱਚ ਬੜੀ ਸੇਵਾ ਕੀਤੀ ਹੈ। ਕਥਾ ਮੰਝ ਕੀ ਅਪਰ ਸਥਾਨ। ਤੇ ਕਵੀ ਜੀ ਕਹਿੰਦੇ ਜਿਹੜੀ ਭਾਈ ਮੰਝ ਜੀ ਦੀ ਕਥਾ ਹੈ, ਵਰਣਨ ਕਰੀ ਸੁਨਾਓ ਸਿੱਖ ਕਾਨ। ਉਹ ਤੁਸਾਂ ਸੁਣ ਲਈ ਆ। ਇਹਦੋਂ ਪਹਿਲਾਂ ਕਵੀ ਜੀ ਕਹਿੰਦੇ ਭਾਈ ਮੰਝ ਜੀ ਦੀ ਕਥਾ ਅਸੀਂ ਪਿਛਲੇ ਅਧਿਆਵਾਂ ਵਿੱਚ ਕਹਿ ਆਏ ਹਾਂ। ਹਮ ਜਾ ਜੱਜਾ ਮਿਲ ਜੁਗ ਭਰਾਤ। ਤੇ ਇਸ ਤਰ੍ਹਾਂ ਕਵੀ ਜੀਆਂ ਦੱਸ ਦਿੱਤਾ। ਭਾਈ ਪੁਰਾਣਾ ਜੀ ਫਿਰ 6ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਖਾਲਸਾ ਜੀ ਭਾਈ ਪੁਰਾਣਾ ਜੀ ਦਾ ਇਤਿਹਾਸ ਆਵੇਗਾ। ਕੁਝ ਪ੍ਰਸੰਗ ਆਉਣਗੇ ਜਦੋਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਭਾਈ ਪੁਰਾਣਾ ਜੀ ਦੇ। ਭਾਈ ਮੰਝ ਜੀ ਦਾ ਸਾਰਾ ਇਤਿਹਾਸ ਆਪਾਂ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਸੁਣਿਆ ਹੋਇਆ ਸਾਰਾ। ਤੋਂ ਅੱਗੇ ਕਵੀ ਜੀ ਕਹਿ ਰਹੇ ਹੈ ਕੁਝ ਹੋਰ ਸਿੱਖਾਂ ਦੇ ਪ੍ਰਸੰਗ। ਇੱਕ ਭਾਈ ਹਮਜਾ ਨਾਮ ਦਾ, ਉਹ ਇਸ ਤਰ੍ਹਾਂ ਭਾਈ ਜੱਜਾ ਜੀ ਇਹ ਸਭ ਦੋਵੇਂ ਭਰਾ ਸੀ ਇਕੱਠੇ, ਇਹ ਮਿਲ ਕੇ ਆਏ ਹੈ। ਬਾਲਾ ਮਰਵਾਹਾ ਵਖਿਆਤ। ਤੇ ਮਰਵਾਏ ਗੋਤ ਦਾ ਭਾਈ ਬਾਲਾ ਜੀ ਪ੍ਰਗਟ ਹੀ। ਅਪਰ ਓਹਰੀ ਨਾਨੋ ਆਇਓ। ਤੇ ਭਾਈ ਜਿਹੜਾ ਵੈ ਨਾਨੋ ਨਾਮ ਦਾ ਉਹਰੀ ਜਾਤ ਦਾ ਇਹ ਵੀ ਪਹੁੰਚਿਆ ਹੈ। ਸੂਰੀ ਹੁਤੋ ਚੌਧਰੀ ਗਾਇਓ। ਭਾਈ ਸੂਰੀ ਚੌਧਰੀ ਜਾਂ ਸੂਰਾ ਚੌਧਰੀ ਇਹ ਵੀ ਮਹਾਰਾਜ ਪਾਸ ਆਇਆ ਹੈ। ਸ਼੍ਰੀ ਅਰਜਨ ਕੇ ਪਹੁੰਚੇ ਪਾਸ। ਗਰੀਬ ਨਵਾਜ ਮਹਾਰਾਜ ਦੇ ਪਾਸ ਪਹੁੰਚ ਕਰ ਬੰਦਨ ਕਰ ਪਾਖੀ ਅਰਦਾਸ। ਮੱਥਾ ਟੇਕ ਅਰਦਾਸ ਕੀਤੀ, ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਮਹਾਨਾ। ਏ ਮਹਾਨ ਪਾਤਸ਼ਾਹ, ਤੁਸੀਂ ਗੁਰੂ ਪਾਤਸ਼ਾਹ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਖਾਚ ਪੁਰਾਣ ਸੁਣਿਓ ਹਮ ਕਾਨਾ। ਬਚ ਮਹਾਰਾਜ ਅਸੀਂ ਪੁਰਾਣਾਂ ਦੇ ਬਚਨ ਬੜੀ ਵਾਰ ਕੰਨਾਂ ਦੇ ਨਾਲ ਸੁਣੇ ਹਨ। ਕਾਂਸ਼ੀ ਕੇਰ ਮਹਾਤਮ ਭਾਰੇ। ਪੁਰਾਣਾਂ ਦੇ ਵਿੱਚ ਕਾਂਸੀ ਬਨਾਰਸ ਦਾ ਮਹਾਰਾਜ ਬਹੁਤ ਭਾਰੀ ਮਹਾਤਮ ਗਾਇਆ ਹੋਇਆ ਹੈ। ਮਰੇ ਤਹਾਂ ਮੁਕਤੀ ਲੈ ਸਾਰੇ। ਵੀ ਸੁਣਿਆ ਵੀ ਕਾਂਸੀ ਵਿੱਚ ਜਿਹੜਾ ਵੀ ਮਰ ਜਾਵੇ ਪਾਪੀ ਪੁੰਨੀ, ਉਹ ਸਾਰੇ ਦੇ ਸਾਰੇ ਮੁਕਤੀ ਲੈਂਦੇ ਆ। ਵੀ ਕਾਂਸੀ ਨੂੰ ਸ਼ਿਵ ਜੀ ਦਾ ਵਰਦਾਨ ਹੋਇਆ ਹੈ। ਸ਼ਿਵ ਕੇ ਨਿਕਟ ਵਾਸ ਕੋ ਪਾਵੈ। ਪਾਪੀ ਪੁੰਨੀ ਜਿਹੜਾ ਵੀ ਮਰ ਜਾਂਦਾ ਹੈ ਕਾਂਸ਼ੀ ਵਿੱਚ, ਮਹਾਰਾਜ ਪੁਰਾਣ ਕਹਿੰਦੇ ਵੀ ਸ਼ਿਵ ਭਗਵਾਨ ਦੇ ਪਾਸ ਉਹਨੂੰ ਵਾਸਾ ਮਿਲਦਾ ਹੈ। ਜਨਮ ਮਰਨ ਕੋ ਕਸ਼ਟ ਮਿਟਾਵੈ। ਤੇ ਮੁਕਤ ਹੋ ਜਾਂਦਾ ਹੈ, ਜੰਮਣ ਮਰਨ ਦਾ ਦੁੱਖ ਮਿਟ ਜਾਂਦਾ ਹੈ। ਆਪ ਸੁਧਾ ਸਰ ਮਹਿਮਾ ਭਾਖੀ। ਇਧਰ ਮਹਾਰਾਜ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਬਹੁਤ ਸੋਭਾ ਆਖ ਰਹੇ ਹੋ। ਸ੍ਰੀ ਗ੍ਰੰਥ ਸਾਹਿਬ ਮਹਿ ਰਾਖੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਪੰਕਤੀਆਂ ਰੱਖੀਆਂ ਤੁਸੀਂ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋਏ, ਅੰਮ੍ਰਿਤਸਰ ਸਿਫਤੀ ਦਾ ਘਰ। ਤੋ ਮਹਾਰਾਜ ਇਸ ਤੋਂ ਇਲਾਵਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਇਸ ਤਰ੍ਹਾਂ ਬੜੇ ਤੁਸਾਂ ਨੇ ਬੱਦੋਹ ਪੁਰਖ ਵਿਧਾਤੈ ਤਾਤੂ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਹਾਂ ਨਾਨਕ ਕਸਮ ਲਜਾਹੇ। ਨਹਾਇਆ ਰਾਮਦਾਸ ਸਰ ਬੱਦੋਹ ਪੁਰਖ ਵਿਧਾਤੈ ਤਾਤੂ ਸੋਹਿਆ। ਜਨ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਬੜੇ ਮਹਾਰਾਜ ਤੁਸਾਂ ਨੇ ਸੋਭਾ ਦੇ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅੰਮ੍ਰਿਤਸਰ ਸਰੋਵਰ ਦੇ ਨਿਮਿਤ ਆਖੇ ਹੈ। ਬੜੀ ਮਹਿਮਾ ਗਾਈ ਹੈ। ਕਹੋ ਮਹਾਤਮ ਹੈ ਇਸ ਜੈਸੇ। ਮਹਾਰਾਜ ਕਿੰਨਾ ਕੁ ਮਹਾਤਮ ਹੈ ਅੰਮ੍ਰਿਤਸਰ ਸਾਹਿਬ ਦਾ, ਦਇਆ ਕਰੋ ਸੁਣਾਓ ਜੀ। ਨਿਰਣੇ ਕਰਹੁ ਲਹੈ ਸਿੱਖ ਤੈਸੇ। ਵੀ ਨਿਰਣਾ ਕਰਕੇ ਦੱਸੋ, ਅਸੀਂ ਤੁਹਾਡੀ ਸਿੱਖਿਆ ਗ੍ਰਹਿਣ ਕਰ ਲਈਏ। ਵੀ ਕਾਂਸੀ ਬਨਾਰਸ ਫਿਰ ਕੀ ਲੈਣ ਜਾਣਾ।
ਜੇ ਅੰਮ੍ਰਿਤਸਰ ਸਾਹਿਬ ਵਿੱਚ ਸਭ ਦਾਤਾਂ ਮਿਲਦੀਆਂ ਹਨ। ਸ਼੍ਰੀ ਅਰਜਨ ਜੀ ਸੁਣਤ ਬਖਾਨਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਣ ਕੇ ਇਹਨਾਂ ਦਾ ਬੇਨਤਾ ਇਸ ਤਰ੍ਹਾਂ ਬੋਲੇ ਹੈ। ਤੀਰਥ ਰਚਨ ਸੁਧਾ ਸਰ ਠਾਨਾ। ਮਹਾਰਾਜ ਕਹਿੰਦੇ ਭਾਈ ਜਿਹੜਾ ਤੀਰਥ ਹੈ ਨਾ ਰਚਨ ਵਾਸਤੇ, ਜਿਹੜਾ ਸੁਧਾ ਸਰ ਭਾਵ ਅੰਮ੍ਰਿਤਸਰ ਸਾਹਿਬ ਦਾ ਜੋ ਤੀਰਥ ਹੈ, ਇਸਕੇ ਗਿਰਦੇ ਦਵਾਦਸ ਕੋਸ। ਇਹ ਹੈ ਵੀ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਤੀਰਥ ਹੈ ਨਾ, ਪਾਤਸ਼ਾਹ ਕਹਿੰਦੇ ਜਿਹੜਾ ਇਹ ਰਚਿਆ ਸੁੰਦਰ ਤੀਰਥ ਹੈ, ਅੰਮ੍ਰਿਤਸਰ ਸਾਹਿਬ ਦੇ ਸਰੋਵਰ ਤੋਂ 4 ਚਫੇਰੇ 12 ਕੋਹ ਤੱਕ, 12 ਕੋਹ ਦੇ 4 ਚਫੇਰੇ ਇਰਦੇ ਗਿਰਦੇ ਹੀ। ਤੀਰਥ ਤੀਨ ਲੋਕ ਕੇ ਜੋਸ। ਤੇ ਜਿੰਨੇ ਸਤਜੁਗ, ਤ੍ਰੇਤੇ ਤੇ ਦੁਆਪਰ ਦੇ ਜਿੰਨੇ ਵੀ ਤੀਰਥ ਹੈ ਨਾ ਉਸ ਸਮੇਂ ਦੇ, ਉਹ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਲਾਗੇ ਲਾਗੇ 12 ਕੋਹ ਤੱਕ ਵਾਸਾ ਰੱਖਦੇ, ਵੀ 12 ਕੋਹ ਤੱਕ ਸਾਰੇ ਹੀ ਤੀਰਥ ਵਸੇ ਹੋਏ ਆ। ਤੋ ਸਾਧ ਸੰਗਤ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦਾ 12 ਕੋਹ ਤੱਕ ਪ੍ਰਤਾਪ ਮੰਨਿਆ ਜਾਂਦਾ। ਕਹਿੰਦੇ ਜਿਹੜਾ 12 ਕੋਹ ਤੀਕ ਕਰਾਉਂਦਾ ਨਾ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੇ ਲਾਗੇ ਲਾਗੇ, ਕਹਿੰਦੇ ਸਭ ਉਹ ਅੱਗੇ ਪ੍ਰਸੰਗ ਆਵੇਗਾ ਵੀ ਕਿਵੇਂ ਉਹਨਾਂ ਦੀ ਮਹਾਰਾਜ ਬੰਦ ਖਲਾਸੀ ਕਰਵਾਉਂਦੇ ਆ 12 ਕੋਹ ਤੱਕ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ 12 ਕੋਹ ਤੱਕ ਤੀਰਥ ਵਾਸਾ ਰੱਖਦੇ ਆ, ਤਿੰਨਾਂ ਲੋਕਾਂ ਦੇ ਜਾਂ ਤਿੰਨਾਂ ਯੁੱਗਾਂ ਦੇ ਜਾਂ ਜਿੰਨੇ ਤ੍ਰੈ ਲੋਕੀ ਆ, ਤਰਲੋਕੀ ਦੇ ਸਾਰੇ ਤੀਰਥ 12 ਕੋਹ ਵਿੱਚ ਵਾਸਾ ਰੱਖਦੇ ਆ। ਕਲ ਯੁਗ ਤੇ ਧਰ ਕਰ ਉਰ ਤਰਾਸ। ਕਿਉਂਕਿ ਜਿੰਨੇ ਤਰਲੋਕੀ ਦੇ ਤੀਰਥ ਹੈ ਨਾ, ਕਲਯੁਗ ਦਾ ਇੰਨਾ ਕੁ ਪ੍ਰਤਾਪ ਆ ਵੀ ਸਾਰੇ ਹੀ ਡਰੇ ਹੋਏ ਆ ਕਲਯੁਗ ਤੋਂ। ਸਾਰੇ ਤੀਰਥਾਂ ਨੇ ਕਲਯੁਗ ਦਾ ਭੈ ਡਰ ਮਨ ਕਰਕੇ ਸਗਰੇ ਆਵਹਿ ਕਰਹਿ ਨਿਵਾਸ। ਸਾਰੇ ਦੇ ਸਾਰੇ ਤੀਰਥ ਜਿਹੜੇ ਕਲਯੁਗ ਤੋਂ ਡਰ ਕੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਲਾਗੇ 12 ਕੋਹ ਦੇ ਵਿੱਚ ਵਸੇ ਹੋਏ ਹਨ। ਸਭ ਕੋ ਫਲ ਇਸ ਥਲ ਤੇ ਹੋਏ। ਤੇ ਸਾਰਿਆਂ ਨੂੰ ਫਲ ਮਿਲਦਾ ਜਿੰਨਾ ਇਸ ਸਥਾਨ ਤੋਂ ਮਿਲਦਾ, ਅੰਮ੍ਰਿਤ ਸਰੋਵਰ ਤੋਂ। ਬਾਸ ਕਰਹਿ ਇਹ ਠਾਨ ਅਰਜੋਏ। ਤੇ ਮਨ ਵਿੱਚ ਅਰਜੋਈਆਂ ਠਾਣ ਕੇ ਜਾਂ ਬਾਸ ਕਰੈ ਇਹ ਠਾਨ ਨਰ ਜੋਏ, ਜਿਹੜੇ ਮਨੁੱਖ ਮਨੁੱਖਾ ਦੇਹੀ ਧਾਰ ਕੇ ਅੰਮ੍ਰਿਤਸਰ ਸਾਹਿਬ ਦੇ 12 ਕੋਹ ਦੇ ਲਾਗੇ ਤੀਕਰ ਰਹਿੰਦੇ ਆ। ਬੀਚ ਬਣਿਓ ਸੁੰਦਰ ਹਰ ਮੰਦਿਰ। ਜਾਂ ਕਹੋ ਵੀ ਜੋਏ ਜਾਣ ਲਓ ਵੀ ਮਨੁੱਖਾ ਦੇਹੀਆਂ ਧਾਰ ਕੇ 12 ਕੋਹ ਦੇ ਲਾਗੇ ਲਾਗੇ ਉਹ ਜਿਹੜੇ ਵੈ ਤਰਲੋਕੀ ਦੇ ਜਿੰਨੇ ਤੀਰਥ ਕਲਯੁਗ ਤੋਂ ਡਰ ਕੇ ਤੇ ਅੰਮ੍ਰਿਤਸਰ ਸਰੋਵਰ ਦੀ ਆਸ ਟੇਕ ਤੇ ਆੜ ਵਿੱਚ ਬੈਠੇ ਹੋਏ ਆ, ਇਹਦੀ ਛਤਰ ਛਾਇਆ ਵਿੱਚ ਰਹਿੰਦੇ ਆ। ਬੀਚ ਬਣਿਓ ਸੁੰਦਰ ਹਰ ਮੰਦਰ। ਪਾਤਸ਼ਾਹ ਕਹਿੰਦੇ ਭਾਈ ਅੰਮ੍ਰਿਤਸਰ ਤਾਂ ਵੱਡਾ ਹੈ ਪਾਵਨ ਸਰੋਵਰ ਸਥਾਨ, ਇੱਕ ਤਾਂ ਭਾਈ ਨਾਮ ਤੇ ਜਲ ਦਾ ਤੀਰਥ ਹੈ, ਐਨ ਵਿਚਕਾਰ ਇਹਦੇ ਹਰਮੰਦਰ ਸਾਹਿਬ ਪਾਵਨ ਸਥਾਨ ਬਣਿਆ, ਪਰਮੇਸ਼ਰ ਦਾ ਘਰ ਬਣਿਆ ਹੈ। ਨਿਸ ਦਿਨ ਸਤ ਨਾਮ ਜਿਸ ਅੰਦਰ। ਜਿਸ ਹਰਮੰਦਰ ਸਾਹਿਬ ਵਿੱਚ ਦਿਨ ਰਾਤ ਵਾਹਿਗੁਰੂ ਸੱਚੇ ਨਾਮ ਦਾ ਬਾਣੀ ਦਾ ਸਿਮਰਨ ਹੁੰਦਾ। ਸ੍ਰੀ ਗੁਰ ਕੀ ਬਾਣੀ ਸੁਭਰ ਰੈ। ਗੁਰਬਾਣੀ ਪੜ੍ਹਦੀਆਂ ਦਿਨ ਰਾਤ ਗੁਰੂ ਕੀਆਂ ਸੰਗਤਾਂ। ਜਿਸ ਮਹਿ ਨਾਮ ਮਹਾਤਮ ਧਰੈ। ਜਿਸ ਗੁਰਬਾਣੀ ਵਿੱਚ ਕੇਵਲ ਤੇ ਕੇਵਲ ਨਾਮ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਹੀ ਮਹਾਤਮ ਹੈ ਧਰਿਆ। ਨਾਮ ਰੋ ਨਾਮੀ ਭੇਦ ਨਾ ਕੋਈ। ਤੇ ਜਾਣਨਾ ਚਾਹੀਦਾ ਭਾਈ ਨਾਮ ਤੇ ਨਾਮੀ 'ਚ ਭੇਦ ਨਹੀਂ ਹੁੰਦਾ ਕਦੇ ਵੀ। ਜਿੱਥੇ ਨਾਮ ਆ ਗਿਆ ਉੱਥੇ ਸਮਝ ਲਓ ਨਾਮੀ ਆ ਗਿਆ, ਕਿਉਂਕਿ ਨਾਮ ਨਾਮੀ ਦਾ ਹੀ ਜਨਾਇਕ ਹੁੰਦਾ। ਜਿਵੇਂ ਹੁਣ ਵਾਹਿਗੁਰੂ ਜਨਾਇਕ ਕਿਹਦਾ? ਪਰਮੇਸ਼ਰ ਦਾ। ਤੋ ਪਾਤਸ਼ਾਹ ਕਹਿੰਦੇ ਇੱਥੇ ਨਾਮ ਜਪਿਆ ਜਾਂਦਾ ਹੈ ਤੇ ਨਾਮ ਤੇ ਨਾਮੀ ਵਿੱਚ ਭੇਦ ਨਹੀਂ ਹੁੰਦਾ। ਜਾਂ ਤੇ ਬਾਸ ਪਰਮੇਸ਼ਰ ਹੋਈ। ਇਸ ਕਰਕੇ ਜਾਣ ਦੋ ਵੀ ਜਿੱਥੇ ਪਰਮੇਸ਼ਰ ਦਾ ਨਾਮ ਦਿਨ ਰਾਤ ਪੜ੍ਹਿਆ ਜਾਂਦਾ ਹੈ ਤੇ ਨਾਮੀ ਤੇ ਨਾਮ ਵਿੱਚ ਭੇਦ ਨਹੀਂ। ਜਿੱਥੇ ਨਾਮ ਆ ਗਿਆ ਉੱਥੇ ਨਾਮ ਜਿਹਦਾ ਹੈ ਉਹ ਵੀ ਆ ਜਾਂਦਾ, ਭਾਵ ਪਰਮੇਸ਼ਰ ਰਹਿੰਦਾ ਹੈ। ਜਿਮ ਗੰਗਾ ਮਹਿ ਮੁਖ ਹਰ ਦਵਾਰ। ਜਿਵੇਂ ਗੰਗਾ ਦੇ ਵਿੱਚ ਹਰਿਦੁਆਰ ਜਾਂ ਜਿਹੜਾ ਹਰਦੁਆਰ ਹੈ, ਗੰਗਾ ਦੇ ਸਾਰੇ 68 ਤੀਰਥਾਂ ਚੋਂ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ। ਤਿਮ ਹਰ ਪੌਰ ਇਹਾਂ ਨਿਰਤਾਰ। ਤੇ ਹਰਦੁਆਰ ਦੇ ਤੀਰਥ ਜਿਹੜਾ ਮਹਾਤਮ ਇੱਥੇ ਇਕੱਲੇ ਹਰ ਕੀ ਪੌੜੀ ਦਾ ਹੈ। ਹਰ ਕੀ ਪੌੜੀ ਛੋਟਾ ਜਿਹਾ ਸਥਾਨ ਹਰਿਮੰਦਰ ਸਾਹਿਬ ਦੇ ਖਾਲਸਾ ਜੀ ਵਿੱਚ ਹੈ, ਸੱਚਖੰਡ ਦੇ, ਜਿੱਥੋਂ ਚੁਲੇ ਛਕਦੇ ਆ। ਪਾਤਸ਼ਾਹ ਕਹਿੰਦੇ ਹਰਦੁਆਰ ਜਿੰਨਾ ਹਰਦੁਆਰ ਸਾਰੇ ਦਾ ਪ੍ਰਤਾਪ ਆ ਕਿੱਡੇ ਵੱਡੇ ਤੀਰਥ ਦਾ, ਹਰਦੁਆਰ ਨਾਲੋਂ ਕਿਤੇ 1000 ਗੁਣਾ ਵੱਧ ਕੱਲੀ ਹਰ ਕੀ ਪੌੜੀ ਦੇ
ਪਾਸ ਚੁਲੇ ਛਕੇ ਦਾ ਦਰਸ਼ਨ ਕੀਤੇ ਦਾ ਪ੍ਰਤਾਪ ਹੈ। ਨਿਰਗੁਣ ਰੂਪ ਨਾਮ ਬ੍ਰਹਮ ਗਿਆਨ। ਉਹ ਜਿਹੜਾ ਪਰਮੇਸ਼ਰ ਹੈ ਨਾ, ਬ੍ਰਹਮ ਗਿਆਨ ਦੇ ਦੇਣ ਵਾਲਾ, ਬ੍ਰਹਮ ਗਿਆਨ ਦਾ ਕਾਰਨ, ਨਿਰਗੁਣ ਸਰੂਪ। ਸਗੁਣ ਸਰੂਪ ਆਪ ਭਗਵਾਨ। ਉਹ ਨਿਰਗੁਣ ਸਰੂਪ ਦਾ ਜਿਹੜਾ ਨਾਮ ਹੈ ਉਹ ਬ੍ਰਹਮ ਗਿਆਨ ਦੇ ਦੇਣ ਵਾਲਾ ਹੈ, ਤੇ ਦੂਜਾ ਜਿਹੜਾ ਸਰਗੁਣ ਸਰੂਪ ਪਰਮੇਸ਼ਰ ਦਾ, ਉਹ ਆਪ ਧੰਨ ਗੁਰੂ ਰਾਮਦਾਸ ਜੀ ਹਨ। ਦੋਨਾਂ ਬਾਸ ਕਰਹਿ ਜਬ ਇਸ ਮੈਂ। ਵੀ ਨਾਮ ਨਿਰਗੁਣ ਸਰੂਪ ਦਾ ਹੈ, ਤੇ ਗੁਰੂ ਰਾਮਦਾਸ ਮਹਾਰਾਜ ਤੇ ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਥੇ ਹੈ। ਇੱਥੋਂ ਹੁਣ ਜਾਣ ਲੈਣਾ ਚਾਹੀਦਾ ਵੀ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਪਰਮੇਸ਼ਰ ਦੇ ਦੋਵੇਂ ਸਰੂਪ ਹੀ ਨਾਮ ਦੇ ਕਰਕੇ ਨਿਰਗੁਣ ਸਰੂਪ ਹਾਜ਼ਰ ਰਹਿੰਦਾ ਹੈ, ਤੇ ਗੁਰੂ ਰਾਮਦਾਸ ਮਹਾਰਾਜ ਕਰਕੇ ਸਰਗੁਣ ਸਰੂਪ ਇੱਥੇ ਹਾਜ਼ਰ ਰਹਿੰਦਾ। ਪਰਮੇਸ਼ਰ ਦੇ ਦੋਵੇਂ ਸਰੂਪ ਹੀ ਇੱਥੇ ਸਦਾ ਹਾਜ਼ਰ ਹਨ। ਮਸਜਿਦ ਦਰਸਤ ਆਘੋ ਰਹਿ ਕਿਸ ਮੈਂ। ਤੇ ਦੱਸੋ ਜਿੱਥੇ ਪਰਮੇਸ਼ਰ ਨਰਗੁਣ ਨਿਰਗੁਣ ਸਰਗੁਣ ਦੋਵਾਂ ਸਰੂਪਾਂ ਵਿੱਚ ਹੀ ਹਾਜ਼ਰ ਹੋਵੇ, ਉਸ ਪਵਿੱਤਰ ਸਥਾਨ ਦੇ ਦਰਸ਼ਨ ਤੇ ਇਸ਼ਨਾਨ ਕਰਕੇ ਦੱਸੋ ਭਲਾ ਵੀ ਕਿਸੇ ਦੇ ਅੰਦਰ ਪਾਪ ਰਹਿ ਜਾਏਗਾ? ਭਲਾ ਥੋੜੇ ਮਾਤਰ ਵੀ ਕਿਵੇਂ ਨਾ ਤੁਹਾਡੇ ਵਿਘਨ ਕਲੇਸ਼ ਕੱਟੇ ਜਾਣਗੇ। ਦਿਨ ਪ੍ਰਤ ਬਸ ਹੈ ਬਧ ਹੈ ਅਧਿਕਾਏ। ਦਿਨ ਪ੍ਰਤ ਦਿਨ ਵਸ ਰਹੇ ਹੈ ਨਿਰਗੁਣ ਸਰਗੁਣ ਸਰੂਪ, ਤੇ ਦਿਨ ਬਰ ਦਿਨ ਵੱਧ ਰਹੇ ਹਨ। ਲక్ష్ਮੀ ਸ਼ਰਨ ਬਸ ਹੈ ਇਸ ਆਏ। ਵੀ ਦਿਨ ਬਰ ਦਿਨ ਪ੍ਰਤਾਪ ਪਰਮੇਸ਼ਰ ਦਾ ਇਸ ਸਥਾਨ ਤੇ ਵੱਧ ਰਿਹਾ ਭਾਈ। ਲక్ష్ਮੀ ਜਿਹੜੀ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇੱਥੇ ਰਹਿੰਦੀ ਹੈ। ਜਹ ਸ਼੍ਰੀ ਕਰਤਾ ਪੁਰਖ ਅਕਾਲ। ਕਿਉਂਕਿ ਜਿੱਥੇ ਅਕਾਲ ਪੁਰਖ ਪਰਮੇਸ਼ਰ ਸਾਰੀ ਸ੍ਰਿਸ਼ਟੀ ਖੰਡਾਂ ਬ੍ਰਹਮੰਡਾਂ ਦੇਵੀ ਦੇਵਤਿਆਂ ਦੇ ਕਰਨ ਵਾਲਾ, ਬਣਾਉਣ ਵਾਲਾ। ਬਿਧ ਸ਼ਿਵ ਬਸ ਹੈ ਪ੍ਰਭੂ ਕੇ ਨਾਲ। ਜਦੋਂ ਅਕਾਲ ਪੁਰਖ ਇੱਥੇ ਆ ਗਿਆ, ਫਿਰ ਬ੍ਰਹਮਾ ਵਰਗੇ, ਸ਼ਿਵ ਜੀ ਵਰਗੇ, ਵਿਸ਼ਨੂੰ ਵਰਗੇ ਸਭ ਉਸ ਅਕਾਲ ਪੁਰਖ ਦੇ ਚਰਨੀ ਰਹਿੰਦੇ ਆ। ਜੇ ਪਰਮੇਸ਼ਰ ਹਰਿਮੰਦਰ ਸਾਹਿਬ ਰਹਿੰਦਾ ਤੇ ਸਭ ਦੇਵੀ ਦੇਵਤੇ ਇੱਥੇ ਝਾੜੂ ਲਾਉਂਦੇ ਫਿਰਦੇ, ਕਿਉਂਕਿ ਪਰਮੇਸ਼ਰ ਦਾ ਦਰ ਹੈ। ਪੁਣ ਸੁਰ ਐਸੋ ਕੋਈ ਨਾ ਹੈ। ਬਾਕੀ ਭਾਈ ਜਾਣ ਲਓ ਵੀ ਕੋਈ ਵੀ ਕਿਸੇ ਦੇਵਪੁਰੀ ਦਾ ਕੋਈ ਦੇਵਤਾ ਇਹੋ ਜਿਹਾ ਨਹੀਂ 33 ਕਰੋੜ ਵਿੱਚੋਂ ਆਣ ਇਹਾਂ ਨਹਿ ਬਾਸੋ ਲਹੈ। ਜਿਹੜਾ ਇੱਥੇ ਆ ਕੇ ਇਹਦੇ ਦਰਸ਼ਨਾਂ ਦੀ ਇੱਛਾ ਨਹੀਂ ਰੱਖਦਾ। ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੀ, ਦਰਸ਼ਨ ਇਸ਼ਨਾਨ ਦੀ ਇੱਛਾ ਕੋਈ ਦੇਵੀ ਦੇਵਤਾ ਨਹੀਂ ਜਿਹੜਾ ਨਹੀਂ ਰੱਖਦਾ। ਸਭ ਇੱਥੇ ਆਉਂਦੇ ਆ, ਵਾਸਾ ਰੱਖਦੇ ਆ। ਹਰ ਕੇ ਨਿਕਟ ਅਧਿਕ ਫਲ ਸਾਰੇ। ਕਿਉਂਕਿ ਦੇਵੀ ਦੇਵਤੇ ਜਾਣਦੇ ਵੀ ਸਭ ਤੋਂ ਜ਼ਿਆਦਾ ਫਲ ਤਾਂ ਹਰੀ ਪਰਮੇਸ਼ਰ ਦੇ ਲਾਗੇ ਰਹਿਣ ਦਾ ਹੈ, ਤੇ ਹਰਿਮੰਦਰ ਸਾਹਿਬ ਵਿੱਚ ਹਰੀ ਸਦਾ ਵਸਦਾ ਹੈ। ਅਪਰ ਨ ਕੋ ਸਮਤਾ ਇਸ ਤਾਰੇ। ਤੇ ਹੋਰ ਠੀਕ ਹੈ, ਤੀਰਥਾਂ ਦਾ ਬੜਾ ਪੁਰਾਣਾ ਵਿੱਚ ਜਸ ਗਾਇਆ ਹੈ, ਕਾਂਸੀ ਬਨਾਰਸ ਵਰਗੇ, ਹਰਿਦੁਆਰ ਵਰਗਿਆਂ ਦਾ। ਪਰ ਜਿੱਥੇ ਹਰੀ ਆਪ ਰਹਿੰਦਾ ਹੈ, ਦੱਸੋ ਤੁਸੀਂ ਆਪ ਹੀ ਵੀ ਜਿੱਥੇ ਹਰੀ ਪਰਮੇਸ਼ਰ ਭਾਈ ਆਪ ਰਹਿੰਦਾ, ਕੋਈ ਹੋਰ ਉਸ ਤੀਰਥ ਵਰਗਾ ਦੂਜਾ ਤੀਰਥ ਹੋ ਸਕਦਾ ਹੈ? ਕਦੇ ਨਹੀਂ ਹੋ ਸਕਦਾ। ਹਰ ਮੰਦਿਰ ਮਹਿ ਨਿਤ ਸਤਨਾਮ। ਹਰੀ ਮੰਦਰ ਦੇ ਵਿੱਚ ਸਦਾ ਵਾਹਿਗੁਰੂ 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 ਦਾ ਕੀਰਤਨ, ਨਾਮ ਸਿਮਰਨ ਹੁੰਦਾ ਹੈ। ਸਿਮਰਹਿ ਸੁਣਹਿ ਸੁ ਮਨ ਬਿਸਰਾਮ। ਜਿਹੜਾ ਸੁਣਦਾ ਹੈ, ਨਾਮ ਸਿਮਰਦਾ ਹੈ, ਮਨ ਉਹਨਾਂ ਦੇ ਬਿਸਰਾਮ ਸਹਿਤ ਹੋ ਜਾਂਦੇ ਆ, ਸਹਿਜ ਆ ਜਾਂਦਾ ਹੈ। ਕਰਤ ਪ੍ਰੇਮ ਕੋ ਛੀਮ ਲਹੈ। ਜਿਹੜੇ ਗਰੀਬ ਨਵਾਜ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਕਰਦੇ ਆ, ਇੱਥੇ ਆ ਕੇ ਨਾਮ ਜਪਦੇ ਆ, ਉਹ ਭਾਈ ਸਾਰੇ ਮੁਕਤੀ ਪ੍ਰਾਪਤ ਕਰਦੇ ਹਨ। ਬ੍ਰਹਮ ਗਿਆਨ ਤੇ ਕਸ਼ਟ ਦਹਾਂਗੇ। ਬ੍ਰਹਮ ਗਿਆਨ ਪ੍ਰਾਪਤ ਕਰਦੇ ਆ ਬਾਣੀ ਪੜ੍ਹ ਕੇ ਗੁਰਮੁਖ ਸਿੱਖ, ਤੇ ਬ੍ਰਹਮ ਗਿਆਨ ਦੇ ਨਾਲ ਸਭ ਕਸ਼ਟਾਂ ਨੂੰ ਸਾੜ ਦਿੰਦੇ, ਦੁੱਖਾਂ ਨੂੰ ਸਾੜ ਲੈਂਦੇ ਆ। ਤੀਨਹ ਤਾਪ ਨਿਵਾਰਣ ਕਰੈ। ਆਦਿ ਵਿਆਧੀ ਉਪਾਧੀ ਤਿੰਨਾਂ ਤਾਪਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਅੰਤਹਿ ਕਰਣ ਮਹਾਮਲ ਹਰੈ। ਤੇ ਅੰਤਹਿ ਕਰਨ ਦੀ ਮਨ ਬੁੱਧ ਚਿੱਤ ਦੀ ਸਾਰੀ ਮੈਲ ਨੂੰ ਕੱਟਣ ਵਾਲਾ ਹੈ। ਬ੍ਰਹਮ ਗਿਆਨ ਕੋ ਲਹਿ ਨਿਸ਼ਕਾਮ। ਤੇ ਜਿਹੜੇ ਨਿਸ਼ਕਾਮ ਹੈ ਨਾ, ਗੁਰਮੁਖ ਪਿਆਰੇ ਭਗਤੀ ਕਰਦੇ ਆ, ਸੇਵਾ ਕਰਦੇ, ਅੰਮ੍ਰਿਤਸਰ ਸਾਹਿਬ ਦੀ ਮਨ ਵਿੱਚ ਕੋਈ ਕਾਮਨਾ ਨਹੀਂ ਰੱਖਦੇ, ਪਾਤਸ਼ਾਹ ਕਹਿੰਦੇ ਉਹ ਬ੍ਰਹਮ ਗਿਆਨ ਦੀ ਦਾਤ ਇੱਥੋਂ ਪ੍ਰਾਪਤ ਕਰਕੇ ਜਾਂਦੇ ਆ। ਪੁਰਹਿ ਕਾਮਨਾ ਜੋ ਸਹਿ ਕਾਮ। ਬਾਕੀ ਜੋ ਕੋਈ ਇੱਛਾ ਰੱਖ ਕੇ ਵੀ ਇੱਥੇ ਸੇਵਾ ਕਰਦਾ, ਸਿਮਰਨ ਕਰਦਾ, ਬਾਣੀ ਪੜ੍ਹਦਾ, ਸੁਣਦਾ, ਇਸ਼ਨਾਨ ਦਰਸ਼ਨ ਕਰਦਾ, ਜਿਹੜਾ ਕਾਮਨਾ ਰੱਖਦਾ ਉਹਦੀ ਕਾਮਨਾ ਵੀ ਪੂਰੀ ਹੁੰਦੀ ਹੈ। ਅੰਮ੍ਰਿਤਸਰ ਪਰਕਰਮਾ ਮਾਹੇ। ਅੰਮ੍ਰਿਤ ਸਰੋਵਰ ਦੇ ਚੁਫੇਰੇ ਪਰਕਰਮਾਂ ਵਿੱਚ ਪਗ ਪਗ ਮਹਿ 100 ਤੀਰਥ ਆਹੇ। ਗਰੀਬ ਨਵਾਜ ਕਹਿੰਦੇ
ਅੰਮ੍ਰਿਤਸਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਇੱਕ ਇੱਕ ਪੈਰ ਤੇ 100 ਤੀਰਥ ਦੇ ਇਸ਼ਨਾਨ ਜਿੰਨਾ ਫਲ ਹੈ ਭਾਈ। ਪਰਿਕਰਮਾ ਦਾ ਪਟਿਆ ਹੋਇਆ ਖਾਲਸਾ ਜੀ ਉੱਥੇ ਇੱਕ ਕਦਮ ਮਾਨੋ 100 ਤੀਰਥ ਦਾ ਇਸ਼ਨਾਨ ਕੀਤਾ ਹੈ। ਇੱਕ ਇੱਕ ਕਦਮ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਦੇ ਵਿੱਚ 100 ਤੀਰਥਾਂ ਦਾ ਫਲ ਹੈ। ਸੂਖਮ ਰੂਪ ਧਾਰ ਤਟ ਰਹੈ। ਮਹਾਰਾਜ ਦੇ ਦਰ ਘਰ ਪਰਿਕਰਮਾ ਵਿੱਚ ਜਿੰਨੇ ਤੀਰਥ ਹੈ ਸੂਖਸ਼ਮ ਰੂਪ ਧਾਰ ਕੇ ਦੇ ਕਿਨਾਰੇ ਤੇ ਵਸੇ ਹੋਏ ਹੈ। ਨਿਜ ਨਿਜ ਪਾਵਨਤਾ ਕੋ ਚਾਹੈ। ਕਿਉਂ ਵਸੇ ਹੋਏ ਹੈ? ਤੀਰਥ ਵੀ ਅੰਮ੍ਰਿਤਸਰ ਸਾਹਿਬ ਆ ਕੇ ਆਪਦੇ ਆਪ ਨੂੰ ਸਫਲਾ ਕਰਨਾ ਚਾਹੁੰਦੇ ਹਨ, ਲੋਚਦੇ ਆ। ਕਾਲਾ ਸਿੱਖ ਮੇਹਰਾ ਔਰ। ਇਸ ਤਰ੍ਹਾਂ ਭਾਈ ਕਾਲਾ ਜੀ ਇਹ ਸਿੱਖ ਹੈ, ਭਾਈ ਮੇਰਾ ਨਾਮ ਦਾ ਅੱਗੇ ਸਿੱਖ ਮਹਾਰਾਜ ਪਾਸ ਪਹੁੰਚੇ। ਸਣੇ ਨਿਹਾਲੂ ਰਹਿ ਇਗਰ ਠੌਰ। ਇੱਕ ਭਾਈ ਨਿਹਾਲੂ ਜੀ ਆਏ ਆ, ਇਹ ਪਹਾੜੀ ਏਰੀਏ ਦੇ ਆ, ਪਹਾੜਾਂ ਵਾਲੇ ਪਾਸੇ ਦੇ ਸਿੱਖ ਹਨ। ਸੋ ਬੰਦਨ ਕਰ ਬੈਠੇ ਪਾਸ। ਸਭ ਬੰਦਨ ਕਰਕੇ ਨਮਸਕਾਰ ਕਰਕੇ ਮਹਾਰਾਜ ਪਾਸ ਬੈਠੇ। ਸੁਣ ਪ੍ਰਸੰਗ ਕੋ ਬਾਕ ਪ੍ਰਕਾਸ਼। ਤੇ ਇਹ ਪ੍ਰਸੰਗ ਸੁਣਦੇ ਪਏ ਸੀ ਦੋਵੇਂ, ਜਦੋਂ ਮਹਾਰਾਜ ਕਹਿ ਰਹੇ ਨਾ ਤੀਰਥਾਂ ਨਾਲੋਂ ਵੱਡਾ ਭਾਈ ਪ੍ਰਤਾਪ ਹੈ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ। ਇਹਨਾਂ ਸੁਣਿਆ ਤੇ ਪ੍ਰਸੰਗ ਸੁਣ ਕੇ ਮਹਾਰਾਜ ਨੂੰ ਬੇਨਤੀ ਕੀਤੀ ਹੈ। ਕਹੋ ਪ੍ਰਭੂ ਕਰ ਸੰਸੇ ਹਾਨੀ। ਮਹਾਰਾਜ ਸਾਡੇ ਮਨ ਵਿੱਚ ਇੱਕ ਸੰਸਾ ਹੈ, ਦਇਆ ਕਰਕੇ ਨਾਸ਼ ਕਰੋ। ਬਸ ਹੈ ਤਾਮਸੀ ਇਹਾਂ ਜੇ ਪ੍ਰਾਨੀ। ਵੀ ਠੀਕ ਹੈ, ਅੰਮ੍ਰਿਤਸਰ ਸਾਹਿਬ ਦਾ ਪ੍ਰਤਾਪ ਮਹਾਰਾਜ ਜੀ ਕਿਸੇ ਤੋਂ ਛੁਪਿਆ ਨਹੀਂ, ਪਰ ਜਿਹੜੇ ਮਹਾਰਾਜ ਇੱਥੇ ਕੋਈ ਵਿਸ਼ੇ ਭੋਗਣ ਵਾਲੇ, ਤਾਮਸੀ ਬਿਰਤੀ ਵਾਲੇ ਆ, ਕੋਈ ਪਾਪੀ ਪੁਰਸ਼ ਜਿਹੜੇ ਰਹਿੰਦੇ ਆ ਵਿਸ਼ੇ ਭੋਗਣ ਵਾਲੇ ਆ, ਉੱਥੇ ਰਹਿ ਕੇ ਨਸ਼ਾ ਤੇ ਗੰਦ ਪਿਲ ਖਾਣ ਵਾਲੇ, ਵਿਸ਼ੇ ਵਿਕਾਰ ਭੋਗਣ ਵਾਲੇ, ਜਿੰਨੇ ਤਾਮਸੀ ਬਿਰਤੀ ਦੇ ਪੁਰਖ ਇੱਥੇ ਅੰਮ੍ਰਿਤਸਰ ਸਾਹਿਬ ਰਹਿੰਦੇ ਲਾਗੇ ਲਾਗੇ। ਕਰਹਿ ਪਾਪ ਨਹਿ ਅਦਬ ਰਖੰਤੇ। ਮਹਾਰਾਜੋ ਮਹਾਰਾਜ ਦੇ ਐਡੇ ਵੱਡੇ ਸੱਚਖੰਡ ਦਰਬਾਰ ਦਾ ਅਦਬ ਸਤਿਕਾਰ ਨਹੀਂ ਰੱਖਦੇ ਤੇ ਨਿਡਰ ਹੋ ਕੇ ਭੈ ਰਹਿਤ ਹੋ ਕਰਕੇ ਬਿਸ਼ਰਮਾ ਵਾਂਗੂ ਪਾਪ ਕਮਾਉਂਦੇ ਆ। ਸੋ ਕਿਸ ਬਿਦ ਕੀ ਗਤੀ ਲਹੰਤੇ। ਵੀ ਮਹਾਰਾਜ ਤੁਸੀਂ ਕਹਿੰਦੇ ਉੱਥੇ ਰਹਿਣ ਵਾਲੇ ਸਭ ਮੁਕਤ ਹੁੰਦੇ ਆ, ਪਾਤਸ਼ਾਹ ਜੀ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਜਿਹੜੇ ਤੁਹਾਡੇ ਘਰ ਰਹਿ ਕੇ ਇੱਥੇ ਬੜੇ ਪਾਪ ਕਰਦੇ ਆ। ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਪਾਤਸ਼ਾਹ ਜੀ ਨੇ ਸ਼੍ਰੀ ਕੰਠ ਤੋਂ ਇਉਂ ਫਰਮਾਇਆ ਹੈ। ਬਸ ਹੈ ਜੇ ਮਹਿਮਾਨ ਹੈ ਮਨ ਚੀਨ। ਮਹਾਰਾਜ ਕਹਿੰਦੇ ਜਿਹੜੇ ਇੱਥੇ ਰਹਿੰਦੇ ਆ ਨਾ ਅੰਮ੍ਰਿਤਸਰ ਸਾਹਿਬ, ਇੱਥੇ ਰਹਿੰਦਿਆਂ ਹੋਇਆਂ ਵੀ ਇਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਮਹਿਮਾ ਨਹੀਂ ਜਾਣਦੇ। ਜੋ ਠਨ ਹੈ ਪਾਪ ਨ ਜਾਣ ਹੈ ਮੂੜ। ਉਹ ਮੂਰਖ ਲੋਕ ਨਹੀਂ ਜਾਣਦੇ ਇਸ ਪ੍ਰਤਾਪ ਨੂੰ, ਇਸ ਸਥਾਨ ਦੀ ਪਵਿੱਤਰਤਾ ਨੂੰ। ਇੱਥੇ ਰਹਿੰਦਿਆਂ ਹੋਇਆਂ ਸਦਾ ਪਾਪ ਕਰਦੇ ਹਨ। ਸੁਣਹਿ ਨ ਸਤਿਨਾਮ ਬਹਰੂੜ। ਬਹੁਤ ਸੁੰਦਰ ਸੁਗੜ ਸਰੂਪ ਪਰਮੇਸ਼ਰ ਦਾ ਨਾਮ ਕਦੇ ਕੀਰਤਨ ਨਹੀਂ ਸੁਣਦੇ ਹਨ। ਤ੍ਰਿਗਧ ਜੋਨ ਮਰ ਇਹ ਠਾ ਪਾਵੈ। ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਇਹ ਹੁੰਦੀ ਭਾਈ, ਤ੍ਰਿਗਧ ਜੂਨੀਆਂ ਜਿਹੜੀਆਂ ਨਾ, ਨੀਚ ਜੂਨੀਆਂ, ਜਿਹੜੇ ਢਿੱਡ ਘਸਾ ਕੇ ਤੁਰਦੇ, ਸੱਪ ਡੱਡੂ ਛਿਪਕਲੀ, ਇਹ ਸਾਧ ਸੰਜਾ ਗਡੋਏ ਜੇ, ਇਹ ਸਾਰੇ ਜਿਹੜੇ ਢਿੱਡ ਧੂ ਕੇ ਤੁਰਦੇ ਆ, ਸਭ ਤੋਂ ਨੀਚ ਜੂਨੀ ਇਹ ਮੰਨੀ ਜਾਂਦੀ, ਜਿਹੜੇ ਕੀੜੇ ਮਕੌੜੇ ਆ। ਪਾਤਸ਼ਾਹ ਕਹਿੰਦੇ ਜਿਹੜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲਾਗੇ ਰਹਿ ਕੇ, ਇੱਥੇ ਰਹਿ ਕੇ ਪਾਪ ਕਰਦੇ ਆ, ਬਾਣੀ ਨਹੀਂ ਸੁਣਦੇ, ਪ੍ਰਵਾਹ ਨਹੀਂ ਕਰਦੇ, ਡਰ ਤੋਂ ਰਹਿਤ ਹੁੰਦੇ ਆ, ਉਹ ਤ੍ਰਿਗਧ ਜੂਨੀਆਂ ਵਿੱਚ ਮਰ ਕੇ ਜਾਂਦੇ ਆ। ਪਰ ਜਿਹੜੀਆਂ ਤ੍ਰਿਗਧ ਜੂਨੀਆਂ ਵਿੱਚ ਜਾਂਦੇ ਆਉਂਦੇ, ਉਦੋਂ ਤ੍ਰਿਗਧ ਜੂਨੀ ਵਿੱਚ ਵੀ ਇੱਥੇ ਹੀ ਆਉਂਦੇ ਆ, ਅੰਮ੍ਰਿਤਸਰ ਸਾਹਿਬ ਫਿਰ ਜਨਮ ਲੈਂਦੇ ਸ਼ਹਿਰ ਅੰਦਰ। ਕੂਕਰ ਕਾਕ ਪੂੰਡ ਬਨ ਜਾਵੈ। ਆ ਵੀ ਜਿਹੋ ਜਿਹਾ ਮਹਾਰਾਜ ਕਹਿੰਦੇ ਕੋਈ ਕਰਮ ਕਰਦਾ, ਕੋਈ ਕੁੱਤਾ ਬਣਿਆ ਫਿਰਦਾ, ਕੋਈ ਕਾਂ ਬਣੇ ਫਿਰਦੇ ਆ, ਕੋਈ ਹੋਰ ਤ੍ਰਿਗਧ ਜੂਨੀਆਂ ਜਿਹੜੀਆਂ ਨੇ, ਕੋਈ ਕੀੜੇ ਮਕੌੜੇ ਸੱਪ ਡੱਡੂ ਆਦਿਕ ਬਣਦੇ ਹਨ। ਮੂਖਕ ਸਰਪ ਬਨ ਹੈ ਅਗ ਭੋਗ ਹੈ। ਕੋਈ ਗਧੇ ਬਣ ਜਾਂਦੇ ਆ, ਕੋਈ ਸੱਪ ਬਣ ਜਾਂਦੇ ਹਨ। ਇਸ ਤਰ੍ਹਾਂ ਆਪਣੇ ਕੀਤੇ ਹੋਏ ਪਾਪਾਂ ਦਾ ਫਲ ਭੋਗਦੇ ਹਨ। ਪੁਣ ਨਰ ਇਸ ਥਲ ਬਨ ਹੈ ਅਰੋਗ ਹੈ। ਤੇ ਜਿਹੋ ਜਿਹਾ ਕਰਮ ਕੀਤਾ ਹੁੰਦਾ ਉਹੋ ਜਿਹੀ ਜੂਨੀ ਮਿਲਦੀ ਆ। ਫਿਰ ਇੱਕ ਜੂਨੀ ਪੂਰੀ ਇੱਥੇ ਸੱਪ ਡੱਡੂ ਮੱਛੀ ਜੋ ਵੀ ਬਣ ਕੇ ਤੇ ਸਾਰੇ ਕੀਤੇ ਪਾਪਾਂ ਦਾ ਪਹਿਲਾਂ ਫਲ ਡੰਨ ਪੂਰਾ ਕਰਦੇ ਸਾਰਾ। ਤੇ ਬਸ ਇਹ ਹੈ ਵੀ ਅੰਮ੍ਰਿਤਸਰ ਸਾਹਿਬ ਰਹਿਣ ਦਾ ਪਾਪੀ ਨੂੰ ਵੀ ਇੰਨਾ ਫਲ ਹੈ ਵੀ ਉਹਦਾ ਨਵੇੜਾ ਇੱਕ ਜੂਨੀ ਭੋਗ ਕੇ ਪੂਰਾ ਹੋ ਕੇ ਅਗਲੇ ਜਨਮ ਫਿਰ ਉਹਨੂੰ ਇੱਥੇ ਹੀ ਮਨੁੱਖਾ ਜਨਮ ਮਿਲ ਜਾਂਦਾ ਹੈ। ਪੁਨ ਭਗਤੀ ਕੋ ਪ੍ਰਾਪਤ ਸੋਏ। ਤੇ ਸਰੀਰ ਉਹਨਾਂ ਦੇ ਤਿਆਰ ਨਿਰੋਗ ਹੁੰਦੇ, ਕੋਈ ਰੋਗ ਨਹੀਂ ਹੁੰਦਾ।
ਪਾਪਾਂ ਦਾ ਫਲ ਇੱਕ ਜੂਨੀ ਵਿੱਚ ਭੁਗਤ ਜਾਂਦੇ ਆ। ਫਿਰ ਇਹਨਾਂ ਦਾ ਮਨ ਕਰਦਾ ਰਹਿੰਦਾ ਵੀ ਭਗਤੀ ਕਰੀਏ, ਭਗਤੀ ਕਰੀਏ, ਨਾਮ ਜਪਣ ਵਾਸਤੇ ਬੜਾ ਉਦਮ ਕਰਦੇ ਆ। ਛੁੱਟਾ ਹੈ 84 ਗਾਉਣ ਨ ਹੋਏ। ਫਿਰ ਇਹਨਾਂ ਦਾ ਆਵਾਗੁਣ ਮਿਟ ਜਾਂਦਾ ਹੈ ਭਾਈ 84 ਲੱਖ ਜੂਨੀਆਂ ਵਿੱਚੋਂ। ਸੁਣ ਸਭ ਸਿੱਖਣ ਸੀਸ ਨਿਵਾਇਓ। ਸੁਣ ਕੇ ਸਾਰੇ ਸਿੱਖਾਂ ਮਹਾਰਾਜ ਪਾਤਸ਼ਾਹ ਦੇ ਚਰਨੀ ਮੱਥਾ ਟੇਕਿਆ ਹੈ। ਧੰਨ ਗੁਰੂ ਤੀਰਥ ਪ੍ਰਗਟਾਇਓ। ਸਭ ਸੰਗਤ ਕਹਿੰਦੀ ਮਹਾਰਾਜ ਧੰਨ ਹੋ, ਧੰਨ ਗੁਰੂ ਰਾਮਦਾਸ ਜਿਨ੍ਹਾਂ ਨੇ ਤੀਰਥ ਪ੍ਰਗਟ ਕੀਤਾ ਹੈ, ਪਾਵਨ ਪਵਿੱਤਰ ਅੰਮ੍ਰਿਤਸਰ। ਦੋਹਰਾ ਕਾਲਾਉ ਸੀ ਵੱਡ ਸੂਰਮਾ। ਉਹ ਅੱਗੇ ਮਹਾਰਾਜ ਦੇ ਪਾਸ ਇੱਕ ਭਾਈ ਕਾਲਾ ਬਹੁਤ ਭਾਰੀ ਸੂਰਮਾ ਜੋ ਹੈ ਯੋਧਾ ਹੈ। ਕੱਕਾ ਜਿਸ ਕੀ ਜਾਤ। ਤੇ ਛਤਰੀਆਂ ਵਿੱਚੋਂ ਕੱਕਾ ਜਾਤ ਦਾ ਇਹ ਜਿਹੜਾ ਇਹ ਭਾਈ ਕੌਲਾ ਨਾਮ ਜਾਂ ਕਾਲੋ ਨਾਮ ਦਾ ਸਿੱਖ ਹੈ। ਸ੍ਰੀ ਅਰਜਨ ਕੋ ਨਮੋ ਕਰ। ਆਇਆ ਮਹਾਰਾਜ ਦੇ ਪਾਸ ਹਜ਼ੂਰ ਦੇ ਚਰਨੀ ਮੱਥਾ ਟੇਕ। ਬੂਝਤ ਭਇਓ ਬ੍ਰਿਤਾਂਤ। ਤੇ ਮਹਾਰਾਜ ਨੂੰ ਇਉਂ ਪ੍ਰਸੰਗ ਪੁੱਛਣ ਲੱਗਿਆ ਹੈ। ਚੌਪਈ ਮਰਹਿ ਜੁੱਧ ਮਹਿ ਜੋਧਾ ਜੋਏ। ਮਹਾਰਾਜ ਵੀ ਜਿਹੜਾ ਕੋ ਸੂਰਮਾ ਜੰਗ ਦੇ ਮੈਦਾਨ ਵਿੱਚ ਧਰਮ ਦਾ ਯੁੱਧ ਕਰਦਾ ਸ਼ਹੀਦ ਹੋ ਜਾਂਦਾ ਹੈ। ਕੋ ਪਦ ਤਿਸ ਕੋ ਪ੍ਰਾਪਤ ਹੋਏ। ਵੀ ਆਪ ਦੱਸੋ ਪਾਤਸ਼ਾਹ ਜੀ ਵੀ ਸ਼ਹੀਦ ਹੋਏ ਸੂਰਮੇ ਨੂੰ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ। ਕਹਾਂ ਜਾਏ ਸੁਖ ਕੇ ਤਿਕ ਪਾਵੈ। ਕਿੰਨਾ ਕੁ ਸੁਖ ਮਿਲਦਾ ਹੈ ਮਰਨ ਤੋਂ ਬਾਅਦ ਸੂਰਮਾ ਕਿੱਥੇ ਜਾਂਦਾ ਹੈ। ਸੁਨ ਸ੍ਰੀ ਮੁਖ ਤੇ ਤਾਹੇ ਬਤਾਵੈ। ਸੁਣ ਕੇ ਪਾਤਸ਼ਾਹ ਜੀ ਦੱਸ ਰਹੇ ਹਨ। ਧਰਮ ਵੀਰਤਾ ਜਿਸਨੇ ਧਾਰਾ। ਗਰੀਬ ਨਵਾਜ ਕਹਿੰਦੇ ਜਿਹੜਾ ਧਰਮ ਦਾ ਯੁੱਧ ਕਰਦਾ ਹੈ, ਜਿਹਨੇ ਧਰਮ ਧਾਰਿਆ ਹੋਇਆ ਹੈ, ਤੇ ਜਾਂ ਵੀਰਤਾ ਰੂਪੀ ਨਿਡਰ ਰੂਪੀ ਵੀ ਕਿਸੇ ਦਾ ਭੈ ਨਹੀਂ ਮੰਨਦਾ, ਸੂਰਮਿਆਂ ਵਾਲਾ ਜਿਸ ਦਾ ਧਰਮ ਹੈ। ਨਿਰਭੈ ਰਹਿਣ ਸੰਗਰਾਮ ਮਝਾਰਾ। ਤੇ ਜੰਗ ਦੇ ਮੈਦਾਨ ਵਿੱਚ ਕੰਡ ਨਹੀਂ ਵਿਖਾਉਂਦਾ, ਜੰਗ ਦੇ ਭਖੇ ਮੈਦਾਨ ਵਿੱਚ ਛਾਤੀ ਡਾਹ ਕੇ ਲੜਦਾ ਹੈ। ਜੀਤਿਓ ਛਤਰ ਚਹਿਤ ਚਿਤ ਮਰਿਓ। ਡਰ ਤੋਂ ਰਹਿਤ ਹੋ ਕੇ ਲੜਦਾ ਹੈ ਤੇ ਦੁਸ਼ਮਣਾਂ ਨੂੰ ਜਿੱਤਣ ਵਾਸਤੇ ਚਿੱਤ ਵਿੱਚ ਇੱਛਾ ਰੱਖਦਾ ਹੈ। ਤੇ ਲੜਦਾ ਲੜਦਾ ਪਾਤਸ਼ਾਹ ਕਹਿੰਦੇ ਦੁਸ਼ਮਣ ਨੂੰ ਜਿੱਤਣ ਦੀ ਇੱਛਾ ਰੱਖ ਕੇ ਧਰਮ ਦਾ ਯੁੱਧ ਕਰਦਾ, ਜੇ ਸੂਰਮਾ ਸ਼ਹੀਦ ਵੀ ਹੋ ਜਾਵੇ। ਮਰਤ ਜੇ ਸਤ ਨਾਮ ਉਰ ਤਰਿਓ। ਤੇ ਜਦੋਂ ਮਰਨ ਲੱਗਿਆ ਜੇ ਉਹ ਮੁਖੋਂ ਇੱਕ ਵਾਰੀ ਵਾਹਿਗੁਰੂ ਵਾਹਿਗੁਰੂ ਨਾਮ ਉਚਾਰ ਦੇਵੇ ਤਾਂ ਪ੍ਰਾਪਤ ਹੋਤ ਪਰਮ ਗਤ ਸੋਏ। ਉਹ ਚਾਹੇ ਸਾਰੀ ਉਮਰ ਨਾਮ ਨਾ ਜਪਿਆ ਹੋਵੇ, ਅੰਤਲੇ ਸਮੇਂ ਜਦੋਂ ਨਾਮ ਜਪ ਲਵੇ ਸੂਰਮਾ ਧਰਮ ਦੇ ਯੁੱਧ ਵਿੱਚ ਸ਼ਹੀਦ ਹੋਣ ਲੱਗਾ, ਤੋ ਗਰੀਬ ਨਵਾਜ ਕਹਿੰਦੇ ਉਹਨੂੰ ਅੰਤਲੇ ਸਮੇਂ ਭਾਈ ਪਰਮ ਗਤੀ ਪ੍ਰਾਪਤ ਹੁੰਦੀ ਹੈ, ਮੁਕਤੀ ਪ੍ਰਾਪਤ ਹੁੰਦੀ ਹੈ। ਜਨਮ ਜਨਮ ਕੇ ਪਾਪਣ ਖੋਏ। ਤੇ ਪਿਛਲੇ ਕੀਤੇ ਹੋਏ ਸਾਰੇ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ। ਬਿਨ ਸਿਮਰਨ ਰਿਸ ਰਿਪ ਪਰ ਧਾਰ। ਤੇ ਜੇ ਸਿਮਰਨ ਨਹੀਂ ਵੀ ਕਰ ਰਿਹਾ ਪਰ ਆਪਣੇ ਦੁਸ਼ਮਣ ਤੇ ਪੂਰਾ ਕ੍ਰੋਧ ਕਰ ਰਿਹਾ, ਲੜਦਾ ਦੁਸ਼ਮਣ ਦੇ ਨਾਲ, ਧਰਮ ਦਾ ਯੁੱਧ ਕਰ ਰਿਹਾ ਹੈ। ਮਾਰ ਮਾਰ ਮੁਖ ਕਰਤ ਉਚਾਰ। ਵੀ ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਬਜਾਏ ਜੰਗ ਦੇ ਵਿੱਚ ਮਾਰ ਦੋ ਜਾਂ ਨਹੀਂ ਛੱਡਾਂਗਾ ਲਲਕਾਰੇ ਮਾਰਦਾ ਹੋਵੇ। ਬਿਨਾ ਤਰਾਸ ਤੇ ਤਨ ਤਜ ਦੇਤ। ਦੁਸ਼ਮਣ ਦਾ ਵੈਰੀ ਦਾ ਡਰ ਕੀਤੇ ਤੋਂ ਬਿਨਾ ਜੇ ਆਪਣਾ ਸਰੀਰ ਛੱਡ ਦੇਵੇ, ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਵੇ। ਹੱਥ ਹੱਥ ਸ਼ਸਤਰ ਪਹਿ ਰਣ ਖੇਤ। ਵੀ ਸ਼ਸਤਰ ਮਾਰਦਾ ਮਾਰਦਾ ਤੇਗ ਵਾਹੁੰਦਾ ਰਣ ਦੇ ਮੈਦਾਨ ਵਿੱਚ ਡਿੱਗ ਪਵੇ, ਸ਼ਹੀਦ ਹੋ ਜਾਵੇ। ਜੋਗੀ ਸਮ ਭੇਦੇ ਰਵ ਮੰਡਲ। ਤੋ ਮਹਾਰਾਜ ਕਹਿੰਦੇ ਉਹਨੂੰ ਕੀ ਪਦਵੀ ਪ੍ਰਾਪਤ ਹੁੰਦੀ, ਜਿਹੜਾ ਹਜ਼ਾਰਾਂ ਸਾਲ ਜੋਗੀ ਤਪ ਕਰਦੇ ਆ ਨਾ, ਹਜ਼ਾਰਾਂ ਸਾਲ ਤਪ ਕਰਨ ਵਾਲੇ ਜੋਗੀ ਵਾਲੀ ਉਹਦੀ ਫਿਰ ਹਾਲਤ ਹੁੰਦੀ ਹੈ। ਜਿਵੇਂ ਜੋਗੀ ਅੰਤਲੇ ਸਮੇਂ ਰਵ ਮੰਡਲ ਨੂੰ ਭੇਦ ਕਰਕੇ ਵਿੰਨ ਕਰਕੇ ਪੁਣ ਪਹੁੰਚਹਿ ਜਹ ਬਸਹਿ ਅਖੰਡਲ। ਤੇ ਫਿਰ ਜਿੱਥੇ ਇੰਦਰ ਪਦਵੀ ਹੈ, ਸਵਰਗ ਵਿੱਚ ਜਿੱਥੇ ਇੰਦਰ ਰਹਿੰਦਾ ਹੈ, ਇੰਦਰਪੁਰੀ ਵਿੱਚ ਜਿਵੇਂ ਜੋਗੀ ਸੂਰਜ ਮੰਡਲ ਨੂੰ ਵਿੰਨ ਕੇ ਲੰਘ ਜਾਂਦਾ ਹੈ ਮਰਨ ਤੋਂ ਬਾਅਦ, ਤੋਂ ਮਹਾਰਾਜ ਕਹਿੰਦੇ ਉਸੇ ਤਰ੍ਹਾਂ ਇੱਕ ਸੂਰਮਾ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਤੋਂ ਬਾਅਦ ਸੂਰਜ ਮੰਡਲ ਨੂੰ ਭੇਦ ਕੇ ਵਿੰਨ ਕੇ ਤੇ ਇੰਦਰਪੁਰੀ ਵਿੱਚ ਜਾ ਵਸਦਾ ਹੈ। ਗਣ ਬੇਰੰਗ ਨਾ ਸੇਵਤ ਆਏ। ਤੋ ਉਹਦੀ ਬਹੁਤ ਅਰਧਾਂਗਣੀਆਂ ਜਿਹੜੀਆਂ ਨੇ ਅਪੱਛਰਾਂ ਉਸ ਦੀ ਸੇਵਾ ਵਿੱਚ ਲੱਗਦੀਆਂ ਹਨ, ਸੀਸ ਝੁਕਾਉਂਦੀਆਂ ਹਨ। ਵਿਵਿਧ ਵਿਧਨ ਕੇ ਵਿਵਾਦ ਜੇ ਥਾਏ। ਤੇ ਜਿਹੜੇ ਆ ਕੋਈ ਵਿਵਿਧ ਬਹੁਤ ਤਰ੍ਹਾਂ ਦੇ ਜਿਹੜੇ
ਬ੍ਰਹਮਾ ਤੋਂ ਆਦਿਕ ਹੋਰ ਬੜੇ ਤਰ੍ਹਾਂ ਦੇ ਦੇਵਤਿਆਂ ਦੀਆਂ ਜਿਹੜੀਆਂ ਪੁਰੀਆਂ ਹਨ, ਚਾਮੀ ਕਰਕੇ ਮੰਦਰ ਬੀਚ, ਜਿਹੜੇ ਕੋਈ ਸੱਚਖੰਡ ਵਿੱਚ ਜਾਂ ਸਵਰਗ ਜਾਂ ਦੇਵਪੁਰੀਆਂ ਵਿੱਚ ਸੋਨੇ ਦੀ ਮੀਨਾਕਾਰੀ ਵਾਲੇ ਸ਼੍ਰੇਸ਼ਟ ਉੱਚੇ ਸੋਹਣੇ ਮੰਦਰ ਬਣੇ ਆ, ਰਾਗ ਸੁਨਾਵਹਿ ਬਹੁ ਸੁਖ ਸੀਚ, ਜਿੱਥੇ ਬਹੁਤ ਸੁੰਦਰ ਸੁੱਖਾਂ ਦੇ ਨਾਲ ਮਿਲੇ ਹੋਏ ਰਾਗ ਗਾਏ ਜਾਂਦੇ ਹਨ। ਇਤਿਆਦਿਕ ਸੁਖ ਅਨੇਕ ਪ੍ਰਕਾਰ, ਸੂਰਮਾ ਜਿਹੜਾ ਉੱਥੇ ਪਹੁੰਚਦਾ ਸ਼ਹੀਦ ਹੋਣ ਤੋਂ ਬਾਅਦ ਵਿੱਚ, ਜਿਵੇਂ ਐਵੇਂ ਕਹਿੰਦੇ ਆ ਨਾ ਵੀ ਸੂਰਮਾ ਜਿਹੜਾ ਖਾਲਸਾ ਜੀ, ਸੂਰਮੇ ਦੀ ਜ਼ਿੰਦਗੀ ਸ਼ਹੀਦ ਹੋਣ ਤੋਂ ਬਾਅਦ ਆਰੰਭ ਹੁੰਦੀ ਹੈ। ਜਿਹੜੇ ਬੁਜ਼ਦਿਲ ਹੈ ਉਹਨਾਂ ਦੀ ਜ਼ਿੰਦਗੀ ਜੰਮਣ ਤੋਂ ਬਾਅਦ ਆਰੰਭ ਹੁੰਦੀ ਹੈ, ਤੇ ਸੂਰਮੇ ਦਾ ਪੈਂਡਾ ਖਾਲਸਾ ਜੀ ਮਰਨ ਤੋਂ ਬਾਅਦ ਜਿਹੜਾ ਆਰੰਭ ਹੁੰਦਾ ਹੈ। ਇਸ ਲਈ ਆਖਦੇ ਹਨ, ਸੁਰਤਨ ਹਵੈ ਰਹਿ ਸੁਰਗ ਮਝਾਰ, ਤੋ ਇਸ ਤਰ੍ਹਾਂ ਜਿਹੜਾ ਵਾ ਸੁਰ ਤਨ ਦੇਵਤੇ ਦਾ ਸਰੀਰ ਧਾਰ ਕੇ ਫਿਰ ਸਵਰਗ ਵਿੱਚ ਰਹਿੰਦਾ ਹੈ ਸੂਰਮਾ, ਜਿੰਨਾ ਚਿੱਤ ਕਰਦਾ ਹੈ। ਧਰਮ ਵੱਡੋ ਇਹ ਆਯੁਧ ਧਾਰੀ, ਕਿਉਂਕਿ ਸ਼ਾਸਤਰ ਧਾਰੀ ਹੋਣਾ ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡਾ ਧਰਮ ਹੈ। ਤੋ ਸਾਧ ਸੰਗਤ ਜੀ ਕਈ ਜਿਹੜੇ ਆ ਡੇਰਿਆਂ ਵਾਲੇ ਉਹ ਪੰਜਵੇਂ ਪਾਤਸ਼ਾਹ ਤੱਕ ਤਾਂ ਕਥਾ ਕਰਦੇ ਆ ਤੇ ਛੇਵੇਂ ਪਾਤਸ਼ਾਹ ਦੀ ਕਥਾ ਨਹੀਂ ਕਰਦੇ। ਵੀ ਉਹ ਕਹਿੰਦੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਡੇ ਗੁਰੂ ਹੈ, ਵੀ ਕਹਿਣ ਤੋਂ ਭਾਵ ਵੀ ਸਿੱਖ ਪੰਥ ਨੂੰ ਢਾਹ ਲੱਗੇ ਵੀ ਸ਼ਾਸਤਰ ਨਾ ਰੱਖੋ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਗਰੀਬ ਨਵਾਜ ਹੁਣ ਜੇ ਕਵੇ ਕੋਈ ਉਹ ਸ਼ਾਸਤਰ ਧਾਰੀ ਨਹੀਂ, ਤੇ ਪਰ ਮਹਾਰਾਜ ਦਾ ਬਚਨ ਵੇਖੋ ਖਾਲਸਾ ਜੀ, ਗਰੀਬ ਨਵਾਜ ਸ਼ਾਸਤਰ ਧਾਰੀ ਨਹੀਂ, ਕਿਉਂਕਿ ਪਾਤਸ਼ਾਹ ਮਹਾਰਾਜ 5 ਜਾਮਿਆਂ ਤੱਕ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਯੁੱਗ ਚਲਾਇਆ। ਗੁਰਬਾਣੀ ਯੁੱਗ ਤੋਂ ਬਾਅਦ 6ਵੇਂ ਜਾਮੇ ਤੋਂ ਬਾਅਦ ਖਾਲਸਾ ਜੀ ਕੁਰਬਾਨੀ ਯੁੱਗ ਚੱਲਿਆ ਹੈ। ਤੋ ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿੰਦੇ ਭਾਈ ਸ਼ਾਸਤਰ ਧਾਰਨ ਵਰਗਾ ਹੋਰ ਕੋਈ ਧਰਮ ਨਹੀਂ ਸੰਸਾਰ ਤੇ। ਜਿਹੜਾ ਸ਼ਾਸਤਰ ਧਾਰੀ ਹੈ ਉਹ ਸਾਰਿਆਂ ਤੋਂ ਵੱਡਾ ਧਰਮੀ ਹੈ। ਨਹਿ ਸ਼ਤਰਨ ਦਿਖਾਏ ਪਿਛਾਰੀ, ਤੇ ਜਿਹੜਾ ਦੁਸ਼ਮਣ ਨੂੰ ਕਦੇ ਕੰਡ ਨਹੀਂ ਵਿਖਾਉਂਦਾ ਜੰਗ ਦੇ ਮੈਦਾਨ ਵਿੱਚ। ਦੋਨਹ ਲੋਕ ਸੂਰ ਭੁਜ ਤਰੈ, ਸ਼ਾਸਤਰ ਧਾਰੀ ਕੋਈ ਸੂਰਮਾ ਹੋਵੇ, ਜੰਗ ਦੇ ਮੈਦਾਨ ਵਿੱਚ ਕੰਡ ਨਾ ਵਿਖਾਉਣ ਵਾਲਾ ਹੋਵੇ, ਦੁਸ਼ਮਣ ਨੂੰ ਖਿੜੇ ਮੱਥੇ ਲੜਨ ਵਾਲਾ ਯੋਧਾ ਹੋਵੇ। ਮਹਾਰਾਜ ਕਹਿੰਦੇ ਦੋਨੋਂ ਲੋਕ ਸੂਰ ਭੁਜ ਤਰੈ, ਉਸ ਸੂਰਮੇ ਦੀਆਂ ਬਾਹਾਂ ਥੱਲੇ ਦੋਵੇਂ ਲੋਕ ਹੈ। ਆ ਵੀ ਇੱਥੋਂ ਦਾ ਰਾਜ ਤੇ ਸੱਚਖੰਡ ਦਾ ਜਾਂ ਸਵਰਗ ਦਾ ਵਾਸਾ, ਦੋਵਾਂ ਹੱਥਾਂ ਵਿੱਚ ਲੱਡੂ ਹਨ। ਜੇ ਚੜ੍ਹਾਈ ਕਰ ਗਿਆ ਤੇ ਸੱਚਖੰਡ ਦਾ ਰਾਜ ਮਿਲੇਗਾ, ਤੇ ਜੇ ਜਿਉਂਦਾ ਰਹਿ ਗਿਆ ਤਾਂ ਖਾਲਸਾ ਜੀ ਪ੍ਰਿਥਵੀ ਦਾ ਰਾਜ ਭੋਗੇਗਾ। ਜੀਤਹਿ ਪ੍ਰਿਥਵੈ ਰਾਜ ਸੋ ਕਰੈ, ਵੀ ਧਰਮ ਦਾ ਯੁੱਧ ਕਰਦਿਆਂ ਜੇ ਤਾਂ ਜੰਗ ਜਿੱਤ ਗਿਆ, ਜਿੱਤਣ ਤੋਂ ਬਾਅਦ ਫਿਰ ਪ੍ਰਿਥਵੀ ਦਾ ਰਾਜਾ ਬਣੇਗਾ। ਇੱਥੇ ਉਹਨੂੰ ਰਾਜ ਭਾਗ ਮਿਲੇ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ 8 ਸਾਲ ਰਾਜ ਕੀਤਾ ਹੈ ਸੀ। ਮਰੈ ਸਵਰਗ ਕੇ ਸੁਖ ਕੋ ਪਾਵੈ, ਤੇ ਜੇ ਸੂਰਮਾ ਸ਼ਹੀਦ ਹੋ ਜਾਵੇ ਜੰਗ ਦੇ ਮੈਦਾਨ ਵਿੱਚ ਤੇ ਉਹਦਾ ਕੀ ਘਟਨਾ? ਜੇ ਇੱਥੋਂ ਦਾ ਰਾਜ ਨਹੀਂ ਮਿਲਿਆ ਸਗੋਂ ਵਧੀਕ ਰਾਜ ਨੂੰ ਸੱਚਖੰਡ ਦਾ ਮਿਲੇਗਾ, ਇੰਦਰ ਵਰਗੀ ਪਦਵੀ ਮਿਲਦੀ ਹੈ। ਚਾਮੀ ਕਰਕੇ ਸਦਨ ਬਸਾਵਹਿ, ਕੋਈ ਸੋਨੇ ਦੇ ਬਣੇ ਹੋਏ ਮੀਨਾਕਾਰੀ ਵਾਲੇ ਮੰਦਰਾਂ ਵਿੱਚ ਵਾਸਾ ਹੁੰਦਾ ਸੱਚਖੰਡ ਅੰਦਰ। ਰੁਚਿਰ ਪ੍ਰਯੰਕਨ ਸੇਜ ਸੁਖਾਲੇ, ਸੋਹਣੀ ਸੁਖਾਲੀ ਸੇਜ ਤੇ ਬਹਿੰਦਾ ਹੈ ਤੇ ਮਹਾਰਾਜਿਆਂ ਵਾਂਗੂ ਰਾਜ ਕਰਦਾ ਸਵਰਗਾਂ ਦੇ ਵਿੱਚ। ਭੋਗ ਭੋਗੇ ਭੋਗ ਆਨੰਦ ਵਿਸਾਲੇ, ਤਰ੍ਹਾਂ ਤਰ੍ਹਾਂ ਦੇ ਆਨੰਦ ਵੱਡੇ ਵੱਡੇ ਭੋਗ ਭੋਗਦਾ, ਆਨੰਦ ਮਾਣਦਾ, ਸਵਰਗਾਂ ਦੇ ਸੁਖ ਮਾਣਦਾ, ਭੋਗਦਾ ਹੈ। ਦੇਵਤਿਆਂ ਵਾਂਗੂ ਨਰੋਗ ਦੇਹੀ ਹੁੰਦੀ ਹੈ। ਇਮ ਜਾਨਾ ਜੋ ਧਾਗਤ ਭਲੇ, ਉਹ ਪਾਤਸ਼ਾਹ ਕਹਿੰਦੇ ਹੈ ਭਾਈ ਕੱਲ ਇਹ ਜਾਣ ਲੈ ਵੀ ਯੋਧਿਆਂ ਦੀ ਆ ਹਾਲਤ ਹੁੰਦੀ, ਸ਼ਹੀਦ ਹੋ ਜਾਣ ਤੇ ਸੱਚਖੰਡ ਸਵਰਗਾਂ ਦੇ ਵਾਸੇ, ਤੇ ਜੇ ਜਿਉਂਦੇ ਰਹਿ ਜਾਣ ਦੁਸ਼ਮਣ ਨੂੰ ਸ਼ਹੀਦ ਮਾਰ ਦੇਣ ਜਾਂ ਤੇ ਉਹਦਾ ਫਲ ਇਹ ਮਿਲਦਾ ਵੀ ਸੰਸਾਰ ਦਾ ਰਾਜ ਮਿਲਦਾ। ਦੋ ਹੱਥਾਂ ਵਿੱਚ ਲੱਡੂ ਹੈ, ਇਹ ਯੋਧਿਆਂ ਦੀ ਹਾਲਤ ਹੈ। ਸਮਖ ਲਹੇ ਤੇ ਸ਼ੁਭ ਪਦ ਮਿਲੇ, ਵੀ ਕੰਮ ਬਸ ਧਰਮ ਨਿਯਮ ਇਹ ਹੈ ਯੋਧੇ ਦਾ ਵੀ ਕੰਡ ਨਾ ਵਿਖਾਵੇ, ਸਾਹਮਣੇ ਲੜੇਗਾ ਜਿਸ ਦੇ ਨਾਲ ਸ਼ੁਭ ਪਦ ਮਿਲੇ, ਵੱਡੀ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ ਸੱਚਖੰਡ ਦੇ ਤੇ ਸਵਰਗਾਂ ਦੇ ਆਦਿਕ ਇੰਦਰ ਵਰਗੀਆਂ ਪਦਵੀਆਂ, ਦੇਵ ਸੁਰ ਤਨ ਪ੍ਰਾਪਤ ਹੁੰਦੇ ਹੈ। ਇਹ ਪਾਤਸ਼ਾਹ ਮਹਾਰਾਜੀਆਂ ਯੋਧਿਆਂ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ। ਇਹ ਪਾਵਨ ਪਵਿੱਤਰ ਸਿੱਖਿਆ ਸੰਗਤ ਦੇ ਹਿਰਦੇ ਵਸੇ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਰੁਚਿਰ ਪ੍ਰਯੰਕਨ ਸੇਜ ਸੁਖਾਲੇ, ਭੋਗੇ ਭੋਗ ਆਨੰਦ ਵਿਸਾਲੇ। ਇਮ ਜਾਨਹ ਜੋ ਧਾਗਤ ਭਲੇ,
ਸਮੁਖ ਲਹੇ ਤੇ ਸ਼ੁਭ ਪਦ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।